ਮਨਜਿੰਦਰ ਸਿੰਘ ਸਿਰਸਾ ਜੀ ਬੀਜੇਪੀ ਦੇ ਵਿੱਚ ਚਲੇ ਗਏ ਨੇ। ਕੀ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ? ਅਕਾਲ ਪੁਰਖ ਦੀ ਰਹਿਮਤ ਆ ਵੀ ਉਹ ਖੋਟਾ ਸਿੱਕਾ ਜਿਹੜਾ ਸੀ ਉਹ ਸਿੱਖਾਂ ਦੇ ਸਾਹਮਣੇ ਜਾਂ ਦੁਨੀਆ ਦੇ ਸਾਹਮਣੇ ਆ ਗਿਆ ਵੀ ਇਹ ਤੁਹਾਡਾ ਹੈ ਹੀ ਨਹੀਂ। ਕੋਈ ਤਾਕਤ ਦੁਨੀਆ ਦੀ ਮੁਕਾ ਹੀ ਨਹੀਂ ਸਕਦੀ, ਜੋ ਮਰਜ਼ੀ ਕਰ ਲੈਣ। ਭਾਵੇਂ ਸਿਰਸਾ ਚੱਲ ਜੇ ਤੇ ਭਾਵੇਂ ਸੁਖਬੀਰ ਬਾਦਲ ਵੀ ਬੀਜੇਪੀ ਚੱਲ ਜੇ ਤਾਂ ਵੀ ਕੋਈ ਫਰਕ ਨਹੀਂ ਪੈਣਾ। ਫਿਰ ਇੰਨੀ ਚਰਚਾ ਕਿਉਂ ਚੱਲ ਰਹੀ? ਚਰਚਾ ਤਾਂ ਹੋ ਰਹੀ ਆ ਜੀ ਵੀ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਬੀਜੇਪੀ ਜ਼ਿਆਦਾ ਖਤਰਨਾਕ ਹੈ। ਖਤਰਨਾਕ ਤੇ ਵੇਖੋ ਸਾਡੇ ਲਈ ਇੱਥੇ ਸਾਰਾ ਸਿਸਟਮ ਹੀ ਹੋ ਗਿਆ। ਇਕੱਲੀ ਕੋਈ ਬੀਜੇਪੀ ਨਹੀਂ ਆ, ਕਾਂਗਰਸ ਵੀ ਉਨੀ ਆ ਜਾਂ ਜਿਹੜੀ ਵੀ ਮੁੱਖ ਧਾਰਾ ਦੇ ਵਿੱਚ ਇੱਥੇ ਹੈਗੀਆਂ। ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਜਿਹੜਾ ਉਹਨਾਂ ਦਾ ਰੂਟ ਸੀ ਉੱਥੇ ਚਲੇ ਗਏ, ਸੰਗੀ ਸੀਗੇ ਸੰਗੀਆਂ 'ਚ ਚਲੇ ਗਏ। ਪਰ ਸੱਚ ਹੈ ਕਿ ਵੋਟ ਵਿਕਦੀ ਹੈ। ਅਸੀਂ ਖੁਦ ਦੇਖਦੇ ਹਾਂ, ਪਿੰਡਾਂ ਦੇ ਵਿੱਚ ਰਹਿੰਦੇ ਹਾਂ, ਹੋ ਸਕਦਾ ਸਾਡੇ ਇਲਾਕੇ 'ਚ ਨਾ ਵਿਕਦੀ ਹੋਵੇ। ਵੋਟ ਵਿਕਦੀ ਨਹੀਂ ਹੁੰਦੀ, ਲੋਕ ਧੜਿਆਂ ਨਾਲ ਜੁੜੇ ਹੁੰਦੇ ਆ। ਉਹ ਜਿਹੜੇ ਧੜੇ ਨਾਲ ਜੁੜਿਆ ਹੁੰਦਾ ਉਹ ਪਾਸੇ ਭੁਗਤ ਜਾਂਦਾ। ਜੇ ਉਹਦੇ ਵਿੱਚ ਰਹਿ ਕੇ ਸਿੱਖਾਂ ਦੀ ਗੱਲ ਨਹੀਂ ਕਰ ਸਕਦਾ ਤੇ ਉਹ ਬੀਜੇਪੀ ਦੇ ਵਿੱਚ ਜਾ ਕੇ ਕਿੱਦਾਂ ਕਰ ਲੂਗਾ? ਉਹ ਦਿੰਦੇ ਆ ਨਾ ਐਗਜ਼ਾਮਪਲਸ ਦਿੰਦੇ ਨੇ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ। ਬਗਾਨੇ ਦੇ ਆਸਾਨ ਹੁੰਦਾ, ਆਪਣੇ ਤੇ ਥੋੜਾ ਹੁੰਦਾ। ਇੱਕ ਬੰਨੇ ਕਹਿੰਦੇ ਤੁਸੀਂ ਆਪਣੇ ਹੋ ਜੀ। ਪਰ ਇਹ ਵੀ ਸੱਚ ਹੈ ਕਿ ਜਿਹੜੀ ਭਾਰਤ ਦੀ ਸਰਕਾਰ ਹੈ, ਜਿਹੜੀ ਹਕੂਮਤ ਹੈ, ਹਾਕਮ ਦੇ ਹੱਥ ਵਿੱਚ ਬੜੀ ਪਾਵਰ ਹੁੰਦੀ ਹੈ, ਉਹ ਕੁਝ ਵੀ ਕਰ ਸਕਦਾ ਹੈਗਾ। ਤੇ ਜੇ ਮਸਲੇ ਹੱਲ ਹੁੰਦੇ ਨੇ ਤੇ ਫਿਰ ਕੀ ਘਾਟਾ? ਸਾਨੂੰ ਇੱਕ ਵੱਖਰੀ ਕੌਮ, ਇੱਕ ਵੱਖਰੀ ਨਸਲ ਮੰਨ ਲੈਣ ਜੀ। ਇਹ ਮਤਲਬ ਜੇ ਸਿਰਸਾ ਲਕਰਾਸ ਜੇ ਬੀਜੇਪੀ ਕਰੇ, ਮਤਲਬ ਸਾਡਾ ਹੱਕ ਵੀ ਆ। ਯਾਨੀ ਕਿ ਜੋ ਅਕਾਲੀ ਦਲ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਕਹਿ ਰਹੇ ਨੇ ਉਹ ਠੀਕ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਉਹਨਾਂ ਦਾ ਬਿਆਨ ਬੜੀ ਅਹਿਮੀਅਤ ਰੱਖਦਾ ਹੈ। ਇਹ ਵੇਖੋ ਕਿ ਪੋਲੀਟੀਕਲ ਬਿਆਨ ਆ ਜਥੇਦਾਰ ਸਾਹਿਬ ਦਾ। ਦ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਖਾਸ ਚਰਚਾ ਪ੍ਰੋਗਰਾਮ ਦੇ ਵਿੱਚ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਸੱਤਾਧਾਰੀ ਕੇਂਦਰ ਸਰਕਾਰ ਬੀਜੇਪੀ ਦੇ ਵਿੱਚ ਜਾ ਕੇ ਸ਼ਾਮਲ ਹੋ ਗਏ ਨੇ। ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਸਿੱਖ ਨੇ ਜਿਹੜੇ ਉਹ ਵੱਡੀ ਪੱਧਰ ਦੇ ਉੱਤੇ ਚਰਚਾ ਕਰ ਰਹੇ ਨੇ। ਉਸ ਚਰਚਾ ਨੂੰ ਦੇਖਦੇ ਹੋਏ ਕਾਫੀ ਸਾਰੇ ਸਵਾਲ ਨੇ ਜਿਹੜੇ ਉਹ ਉੱਠ ਰਹੇ ਨੇ ਕਿ ਸਿੱਖਾਂ ਨੂੰ ਸ਼ਾਇਦ ਬਹੁਤ ਵੱਡਾ ਧੱਕਾ ਲੱਗਿਆ ਹੈ ਜੇ ਸਿਰਸਾ ਬੀਜੇਪੀ ਦੇ ਵਿੱਚ ਚਲੇ ਗਏ ਨੇ। ਅਕਾਲੀ ਦਲ ਦਾ ਅੱਗੇ ਕੀ ਭਵਿੱਖ ਹੋਵੇਗਾ? ਜਿਹੜੇ ਸਿੱਖ ਸਿਆਸੀ ਲੀਡਰ ਹੈਗੇ ਨੇ ਉਹਨਾਂ ਦੇ ਅੰਦਰੋਂ ਸਿੱਖ ਸੋਚ ਹੈ ਜਿਹੜੀ ਉਹ ਕਿਉਂ ਖਤਮ ਹੋ ਗਈ ਹੈ? ਤੇ ਇਤਿਹਾਸ ਦੇ ਪੱਖ ਤੋਂ, ਇਤਿਹਾਸ ਦੇ ਪਰਿਪੇਖ ਤੋਂ ਆਪਾਂ ਜਾਣਾਂਗੇ। ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਦੀ ਪੜਚੋਲ ਕਰਾਂਗੇ, ਇਹਨਾਂ ਦੇ ਜਵਾਬ ਨੇ ਜਿਹੜੇ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਚਰਚਾ ਹੋ ਰਹੀ ਹੈ ਵੱਡੇ ਪੱਧਰ ਦੇ ਉੱਤੇ। ਜਥੇਦਾਰ ਹਰਪ੍ਰੀਤ ਸਿੰਘ ਦਾ ਵੀ ਬਿਆਨ ਆ ਗਿਆ, ਅਕਾਲੀ ਦਲ ਦਾ ਵੀ ਬਿਆਨ ਆ ਗਿਆ ਤੇ ਹੋਰ ਅੱਗੇ ਇਹ ਵੀ ਖਬਰਾਂ ਮਿਲ ਰਹੀਆਂ ਨੇ ਕਿ ਬੀਜੇਪੀ ਇੱਥੇ ਰੁਕਣ ਵਾਲੀ ਨਹੀਂ ਹੈ। ਮਨਜਿੰਦਰ ਸਿੰਘ ਸਿਰਸਾ ਤੋਂ ਬਾਅਦ SGPC ਦੇ ਵੀ ਕਈ ਮੈਂਬਰ ਸ਼ਾਇਦ ਬੀਜੇਪੀ ਦੇ ਵਿੱਚ ਟਪੂਸੀਆਂ ਮਾਰ ਸਕਦੇ ਨੇ। ਕਾਂਗਰਸ, ਅਕਾਲੀ ਦਲ ਦੇ ਹੋਰ ਲੀਡਰ ਜਾਂ ਆਮ ਆਦਮੀ ਪਾਰਟੀ ਦੇ। ਬਹੁਤ ਸਾਰੀ ਚਰਚਾ ਜਿਹੜੀ ਚੱਲ ਰਹੀ ਹੈ ਪੰਜਾਬ ਦੀ ਸਿਆਸਤ ਨੂੰ ਲੈ ਕੇ। ਸਾਡੇ ਨਾਲ ਖਾਸ ਮਹਿਮਾਨ ਨੇ ਸਟੂਡੀਓ ਦੇ ਵਿੱਚ ਭਾਈ ਕੁਲਦੀਪ ਸਿੰਘ ਗੜਗੱਜ, ਸਿੱਖ ਵਿਚਾਰਕ ਹੈਗੇ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਭਾਈ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਖਾਲਸ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ, ਸਭ ਤੋਂ ਪਹਿਲਾ ਸਵਾਲ ਜੇ ਮੈਂ ਇਹੀ ਪੁੱਛਾਂ ਜਿਹੜਾ ਕਿ ਉੱਠ ਰਿਹਾ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ ਕਿ ਮਨਜਿੰਦਰ ਸਿੰਘ ਸਿਰਸਾ ਜੇ ਬੀਜੇਪੀ ਦੇ ਵਿੱਚ ਚਲੇ ਗਏ ਨੇ, ਕੀ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ? ਸਿੱਖ ਪੰਥ ਨੂੰ ਵੱਡਾ ਖੋਰਾ ਲੱਗਿਆ ਤੇ ਅਕਾਲੀ ਦਲ ਬਿਲਕੁਲ ਖਤਮ ਹੋ ਗਿਆ? ਕੀ ਮੰਨਦੇ ਹੋ ਤੁਸੀਂ? ਦੇਖੋ ਜੀ, ਗੁਰਬਾਣੀ ਦੇ ਵਿੱਚ ਨਾ ਗੁਰੂ ਸਾਹਿਬ ਦਾ ਇੱਕ ਉਪਦੇਸ਼ ਹੈਗਾ ਕਿ ਉਗਰ ਗਿਆ ਜੈਸੇ ਖੋਟਾ ਢਬੂਆ ਨਦਰ ਸਰਾਫਾ ਆਇਆ। ਜਦੋਂ ਕੋਈ ਖੋਟਾ ਰਵੱਈਆ ਹੋਵੇ ਤੇ ਉਹਦੇ ਤੇ ਉਹਦੀ ਨਜ਼ਰ ਪੈ ਜੇ ਜਿਹੜਾ ਸਰਾਫ ਆ ਜੀ, ਜਿਹੜਾ ਜਵੈਲਰ ਆ, ਤੇ ਉਹ ਪਛਾਣ ਲੈਂਦਾ ਵੀ ਇਹ ਜਾਲੀ ਆ। ਠੀਕ ਹੈ, ਮਤਲਬ ਉਹਦੇ ਤੋਂ ਬਚਿਆ ਨਹੀਂ ਰਹਿੰਦਾ। ਜੇ ਮਨਜਿੰਦਰ ਸਿੰਘ ਸਿਰਸਾ ਅੱਜ ਖੁੱਲ੍ਹੇਆਮ ਬੀਜੇਪੀ ਦੇ ਵਿੱਚ ਚਲਾ ਗਿਆ ਤੇ ਸੋਚ ਕਰਕੇ ਜਾਂ ਥੌਟ ਕਰਕੇ ਉਹ ਪਹਿਲਾਂ ਵੀ ਬੀਜੇਪੀ ਦੇ ਬਹੁਤ ਜ਼ਿਆਦਾ ਨੇੜੇ ਹੈਗਾ ਹੈ। ਪਰ ਕਿਤੇ ਨਾ ਕਿਤੇ ਉਹਨੇ ਆਪਣੇ ਆਪ ਨੂੰ ਬਾਹਰੋਂ ਸਿੱਖਾਂ ਦਾ ਵੱਡਾ ਆਗੂ ਜਾਂ ਸਿੱਖਾਂ ਦਾ ਸ਼ੁਭ ਚਿੰਤਕ ਬਣਾ ਕੇ ਆਪਣੇ ਆਪ ਨੂੰ ਪੇਸ਼ ਕੀਤਾ ਹੈ। ਹੁਣ ਉਹ ਜਿਹੜਾ ਉਹਦਾ ਬਾਹਰਲਾ ਰੂਪ ਹੀ ਉਹ ਸਾਰਿਆਂ ਦੇ ਸਾਹਮਣੇ ਆ ਗਿਆ ਵੀ ਇਹ ਹੈ ਕੁਛ ਹੋਰ ਆ।
ਪਰ ਇਹ ਦਿਸ ਕੁਛ ਹੋ ਰਿਹਾ ਹੈ ਜੀ। ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਖੋਟਾ ਸਿੱਕਾ ਸੀ ਸਿੱਖ ਪੰਥ ਲਈ। ਖੋਟਾ ਸਿੱਕਾ ਹੈਗਾ ਸੀ ਜੀ, ਤੇ ਉਹਨੇ ਆਪਣੇ ਆਪ ਨੂੰ ਖਰੇ ਵਜੋਂ ਪੇਸ਼ ਕੀਤਾ ਹੈ ਜੀ। ਉਹ ਮੈਂ ਤਾਂ ਕਹੂੰਗਾ ਵੀ ਇਹ ਅਕਾਲ ਪੁਰਖ ਦੀ ਰਹਿਮਤ ਆ ਵੀ ਉਹ ਖੋਟਾ ਸਿੱਕਾ ਜਿਹੜਾ ਸੀ ਉਹ ਸਿੱਖਾਂ ਦੇ ਸਾਹਮਣੇ ਜਾਂ ਦੁਨੀਆ ਦੇ ਸਾਹਮਣੇ ਆ ਗਿਆ ਵੀ ਇਹ ਤੁਹਾਡਾ ਹੈ ਹੀ ਨਹੀਂ ਜੀ। ਦੂਜੀ ਗੱਲ ਇਹ ਆ ਵੀ ਇਹਦੇ ਜਾਣ ਦੇ ਨਾਲ ਕੌਮ ਨੂੰ ਕੋਈ ਫਰਕ ਨਹੀਂ ਪੈਂਦਾ। ਨਿੱਜੀ ਤੌਰ ਤੇ ਇਹਦਾ ਪੰਜਾਬ ਦੇ ਵਿੱਚ ਕੋਈ ਪ੍ਰਭਾਵ ਨਹੀਂ ਆ, ਪੰਜਾਬ ਦੇ ਸਿੱਖਾਂ ਦੇ ਉੱਤੇ ਕੋਈ ਪ੍ਰਭਾਵ ਨਹੀਂ ਆ, ਕੋਈ ਅਸਰ ਨਹੀਂ ਆ। ਹੋ ਸਕਦਾ ਨਿੱਜੀ ਤੌਰ ਤੇ ਸਿਰਸੇ ਨੂੰ ਕੋਈ ਫਾਇਦਾ ਹੋ ਜੇ, ਪਰ ਇਹਦਾ ਕੋਈ ਬੀਜੇਪੀ ਨੂੰ ਲਾਭ ਹੋਵੇ ਜਾਂ ਸਿੱਖ ਕੌਮ ਨੂੰ ਕੋਈ ਨੁਕਸਾਨ ਹੋਵੇ, ਕੋਈ ਇਹਦਾ ਨੁਕਸਾਨ ਇੱਕ ਅੱਧੇ ਬੰਦੇ ਦੇ ਜਾਣ ਦੇ ਨਾਲ ਸਿੱਖ ਕੌਮ ਦਾ ਕੋਈ ਨੁਕਸਾਨ ਜਿਹੜਾ ਨਹੀਂ ਹੈਗਾ। ਹਾਂ, ਸਿਆਸੀ ਪੱਧਰ ਤੇ ਮੰਨਦੇ ਹੋ ਤੁਸੀਂ ਵੀ ਸਿਆਸੀ ਤੌਰ ਤੇ ਨੁਕਸਾਨ ਹੋਊਗਾ ਸਿੱਖਾਂ ਦੀ ਜਿਹੜੀ ਇੱਕ ਪੋਲੀਟੀਕਲ ਪਾਰਟੀ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ, ਤੇ ਆਪਾਂ ਇਹ ਵੀ ਮੰਨਦੇ ਹਾਂ ਕਿ ਪੰਜਾਬ ਦੇ ਲੋਕ ਬੜੀ ਛੇਤੀ ਭੁੱਲ ਜਾਂਦੇ ਹੁੰਦੇ ਨੇ, ਤੇ ਜੇ ਮਨਜਿੰਦਰ ਸਿੰਘ ਸਿਰਸਾ ਆਪਣਾ ਕਿਸਾਨੀ ਦੇ ਕੰਮਾਂ ਨੂੰ ਲੈ ਕੇ ਹੱਥ ਵਿੱਚ ਲੈ ਕੇ ਆਉਂਦੇ ਨੇ ਵੋਟਾਂ ਮੰਗਣ ਦੇ ਲਈ ਬੀਜੇਪੀ ਦੇ ਵਾਸਤੇ ਆਉਂਦੇ ਦਿਨਾਂ ਦੇ ਵਿੱਚ, ਤੇ ਲੱਗਦਾ ਨਹੀਂ ਕਿ ਪੰਜਾਬੀ ਭੁੱਲ ਜਾਣਗੇ ਉਹ ਸਾਰੀਆਂ ਗੱਲਾਂ ਕਿ ਉਹ ਬੀਜੇਪੀ 'ਚ ਚਲੇ ਗਏ। ਨਹੀਂ, ਪੰਜਾਬੀ ਦੇ ਵੈਸੇ ਮੇਰੇ ਹਿਸਾਬ ਨਾਲ ਤੇ ਸਿੱਖ ਭੁੱਲਦਾ ਹੀ ਨਹੀਂ ਹੈਗਾ ਜੀ। ਸਿੱਖ ਤੇ 200 ਸਾਲ ਨਹੀਂ ਭੁੱਲਦਾ ਆਪਣੇ ਦੁਸ਼ਮਣ ਨੂੰ, ਉਹ 200 ਸਾਲ ਬਾਅਦ ਵੀ ਉਹਨੂੰ ਚੇਤੇ ਰੱਖਦਾ। ਆਪਣੇ ਸਾਹਮਣੇ ਐਗਜ਼ਾਮਪਲ ਹੈ, ਇਸ ਕਰਕੇ ਭੁੱਲਣ ਦਾ ਤੇ ਮਸਲਾ ਹੀ ਨਹੀਂ ਹੈਗਾ ਵੀ ਸਿੱਖ ਭੁੱਲ ਜਾਣਗੇ। ਸਿੱਖ ਨਹੀਂ ਭੁੱਲਦਾ, ਨਾ ਪੰਜਾਬੀ ਭੁੱਲਦਾ। ਜਿੱਥੋਂ ਤੱਕ ਸਿਆਸੀ ਤੌਰ ਦੇ ਉੱਤੇ ਨੁਕਸਾਨ ਅਕਾਲੀ ਦਲ ਬਾਦਲ ਦਾ ਹੋ ਸਕਦਾ, ਆਪਾਂ ਕਹੀਏ ਸਿਆਸੀ ਤੌਰ ਤੇ ਕੋਈ ਸਿੱਖਾਂ ਦਾ ਨੁਕਸਾਨ ਸਿਰਸੇ ਕਰਕੇ ਹੋਇਆ ਤੇ ਉਹ ਬਿਲਕੁਲ ਵੀ ਨਹੀਂ ਹੋਇਆ, ਤੇ ਨਾ ਇਹਦੇ ਜਾਣ ਕਰਕੇ ਜਾਂ ਹੋਰ ਲੋਕਾਂ ਦੇ ਜਾਣ ਕਰਕੇ ਕੋਈ ਹੋਊਗਾ। ਸਗੋਂ ਜਿਹੜੇ ਇਹੋ ਜਿਹੇ ਲੋਕ ਹੀ ਉਹ ਸਾਹਮਣੇ ਆ ਰਹੇ ਆ। ਤੇ ਤੁਸੀਂ ਕਹਿ ਰਹੇ ਹੋ ਕਿ ਸਿੱਖ ਪੰਥ ਨੂੰ ਕੋਈ ਨੁਕਸਾਨ ਨਹੀਂ ਹੋਇਆ, ਸਿੱਖਾਂ ਨੂੰ ਕੋਈ ਵੱਡਾ ਖੋਰਾ ਨਹੀਂ ਲੱਗਿਆ, ਪਰ ਇੱਕ ਪਛਾਣ ਹੁੰਦੀ ਹੈ ਜਿਹੜੀ ਇੱਕ ਸਿੱਖ ਦੀ, ਉਹ ਬਾਹਰੋਂ ਹੁੰਦੀ ਹੈ, ਦੁਨੀਆ ਨੂੰ ਤਾਂ ਦਿਖਦੀ ਹੈ ਨਾ। ਦੁਨੀਆ ਨੂੰ ਪਤਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਇੱਕ ਸਿੱਖ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਸੀਗੇ ਉਹ, ਦਿੱਲੀ ਕਮੇਟੀ ਦੀ ਪ੍ਰਧਾਨਗੀ ਛੱਡ ਕੇ ਉੱਧਰ ਗਏ ਨੇ, ਤਾਂ ਇੱਕ ਸਿੱਖ ਜਿਹੜੀ ਆਇਡੈਂਟੀਟੀ ਹੈ ਕਿਤੇ ਨਾ ਕਿਤੇ ਤਾਂ ਢਾਹ ਲੱਗਦੀ ਹੋਊਗੀ ਨਾ ਇਸ ਗੱਲ ਨੂੰ। ਢਾਹ ਤੇ ਦੇਖੋ ਜੀ ਤਾਂ ਲੱਗੇ ਵੀ ਜੇ ਬੀਜੇਪੀ ਸਿੱਖਾਂ ਲਈ ਅਛੂਤੀ ਹੋਵੇ। ਸਿਆਸੀ ਤੌਰ ਦੇ ਉੱਤੇ ਸਾਡੇ ਲਈ ਕਾਂਗਰਸ ਵੀ ਉਹੀ ਚੀਜ਼ ਆ, ਸਾਡੇ ਲਈ ਬੀਜੇਪੀ ਵੀ ਉਹੀ ਚੀਜ਼ ਆ। ਜੇ ਸਿੱਖ ਕਾਂਗਰਸ ਦੇ ਵਿੱਚ ਆ ਜੀ, ਉਹਨੂੰ ਵੀ ਕਿਤੇ ਨਾ ਕਿਤੇ ਲੋਕ ਸਾਡੇ ਮਾੜਾ ਮੋਟ ਮੰਨਦੇ ਹੀ ਆ ਜੀ, ਤੇ ਜੇ ਉਹ ਬੀਜੇਪੀ ਦੇ ਵਿੱਚ ਆ, ਮਤਲਬ ਦੋਵਾਂ ਦੀ ਸੋਚ ਤੇ ਚ ਕੀ ਫਰਕ ਆ। ਪਰ ਬੀਜੇਪੀ ਨੂੰ ਤਾਂ ਆਰਐਸਐਸ ਕਰਕੇ ਜਨਸੰਘ ਹੋਣ ਕਰਕੇ ਸਿੱਖ ਨੇ ਜਿਹੜੇ ਉਹ ਪਸੰਦ ਨਹੀਂ ਕਰਦੇ ਨਾ, ਜਿਹੜੇ ਸਿੱਖ ਸੋਚ ਨੂੰ ਮੰਨਦੇ ਨੇ, ਸਿੱਖ ਸਿਧਾਂਤਾਂ ਨੂੰ ਮੰਨਦੇ ਨੇ, ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਬੀਜੇਪੀ ਜ਼ਿਆਦਾ ਖਤਰਨਾਕ ਹੈ। ਖਤਰਨਾਕ ਤੇ ਵੇਖੋ ਸਾਡੇ ਲਈ ਇੱਥੇ ਸਾਰਾ ਸਿਸਟਮ ਹੀ ਹੋਇਆ ਪਿਆ, ਕੱਲੀ ਕੋਈ ਬੀਜੇਪੀ ਨਹੀਂ ਆ, ਕਾਂਗਰਸ ਵੀ ਉਨੀ ਆ, ਜਾਂ ਜਿਹੜੀ ਵੀ ਮੁੱਖ ਧਾਰਾ ਦੇ ਵਿੱਚ ਇੱਥੇ ਹੈਗੀਆਂ ਜੀ। ਜਦੋਂ ਸਿੱਖ ਪਛਾਣ ਦੀ ਗੱਲ ਆਉਂਦੀ ਆ, ਸਾਰੀਆਂ ਦਾ ਮਤਲਬ ਕਿਤੇ ਨਾ ਕਿਤੇ ਸੋਚ ਤੇ ਉਹਨਾਂ ਦਾ ਫੈਸਲਾ ਇੱਕ ਹੀ ਹੁੰਦਾ ਜੀ। ਇਹ ਕਰਕੇ ਜੇ ਮੰਨ ਲਓ ਵੀ ਇਹ ਬੀਜੇਪੀ 'ਚ ਸਿਰਸਾ ਚੱਲ ਗਿਆ ਵਾ, ਤੇ ਬੀਜੇਪੀ ਦੇ ਵਿੱਚ ਅੱਗੇ ਵੀ ਤਾਂ ਬਹੁਤ ਸਾਰੇ ਸਿੱਖ ਗਏ ਹੋਏ ਆ, ਕੋਈ ਇੰਨਾ ਮਸਲਾ ਵੀ ਨਹੀਂ ਹੋ ਗਿਆ ਵੀ ਸਾਡੇ ਤੇ ਕੋਈ ਆਣ ਕੇ ਬਹੁਤ ਵੱਡੀ ਆਫਤ ਪੈ ਗਈ ਵੀ ਇਹ ਬੀਜੇਪੀ ਚੱਲ ਗਿਆ, ਅੱਗੇ ਵੀ ਬਹੁਤ ਹੈਗੇ ਆ। ਪਰ ਫਿਰ ਇੰਨੀ ਚਰਚਾ ਕਿਉਂ ਹੋ ਰਹੀ ਹੈ? ਕਿਉਂਕਿ ਸੋਸ਼ਲ ਮੀਡੀਆ ਤੇ ਜਿਹੜੇ ਚਰਚਾ ਕਰਨ ਵਾਲੇ ਨੇ ਉਹ ਆਮ ਲੋਕ ਨਹੀਂ ਹੈਗੇ, ਆਮ ਉਹ ਸਿੱਖ ਨੇ, ਬੜੇ ਵੱਡੇ ਵਿਚਾਰਕ ਵੀ ਹੈਗੇ ਨੇ, ਹਿਸਟੋਰੀਅਨ ਹੈਗੇ ਨੇ, ਤੇ ਬੜੇ ਜਿਹੜੇ ਜਾਗਰੂਕ ਨੌਜਵਾਨ ਨੇ ਸਿੱਖ ਧਰਮ ਦੇ, ਉਹ ਚਰਚਾ ਕਰ ਰਹੇ ਨੇ। ਫਿਰ ਇੰਨੀ ਚਰਚਾ ਕਿਉਂ ਚੱਲ ਰਹੀ ਹੈ? ਚਰਚਾ ਤਾਂ ਹੋ ਰਹੀ ਆ ਜੀ ਵੀ ਕਿਸਾਨ ਅੰਦੋਲਨ ਚੱਲ ਰਿਹਾ, ਕਾਲੇ ਕਾਨੂੰਨ ਇਹਨਾਂ ਨੇ ਪਾਸ ਕੀਤੇ ਸੀ ਜੀ। ਸਭ ਤੋਂ ਪਹਿਲਾਂ ਜਿਹੜਾ ਵਿਰੋਧ ਅਸਲ ਦੇ ਵਿੱਚ ਉਹ ਪੰਜਾਬ ਦੇ ਵਿੱਚੋਂ ਖੜਾ ਆ। ਪੰਜਾਬ ਦੇ ਵਿੱਚੋਂ ਸਿੱਖ ਕਿਸਾਨਾਂ ਨੇ ਹਿੱਕ ਡਾਲੀ, ਔਰ ਸਿੱਖਾਂ ਕਰਕੇ, ਸਿੱਖ ਜਿਹੜੇ ਕਿਸਾਨ ਆ ਉਹਨਾਂ ਕਰਕੇ ਕਿਤੇ ਨਾ ਕਿਤੇ ਇਹਨਾਂ ਨੂੰ ਕਾਲੇ ਕਾਨੂੰਨ ਵਾਪਸ ਵੀ ਲੈਣੇ ਪੈ ਗਏ। ਔਰ ਇਹ ਸਾਰੇ ਪ੍ਰਤੀਕਰਮ ਦੇ ਵਿੱਚ ਸਾਡੇ ਬਹੁਤ ਸਾਰੇ ਬੰਦੇ ਜਿਹੜੇ ਕਿਸਾਨ ਸੀ ਉਹ 700 ਤੋਂ ਵੱਧ ਅਕਾਲ ਚਲਾਣਾ ਕਰ ਗਏ ਜੀ। ਉਹ ਅਜੇ ਜਿਹੜਾ ਹਾਲਾਤ ਆ ਸਾਰੇ ਮਤਲਬ ਤਾਜ਼ੇ ਆ। ਤੇ ਬੀਜੇਪੀ ਦੇ ਜਿਹੜੇ ਕੀਤੇ ਹੋਏ, ਜਿਵੇਂ ਉੱਥੇ ਯੂਪੀ ਦੇ ਵਿੱਚ ਸਾਡੇ ਸਿੱਖ ਭਰਾ ਇਹਨਾਂ ਨੇ ਮਾਰੇ ਆ, ਉਹ ਤਾਜ਼ੇ ਹੋਣ ਕਰਕੇ ਸਾਰਿਆਂ ਨੂੰ ਐ ਲੱਗਦਾ ਵੀ ਹੁਣ ਜਦੋਂ ਸਿਰਸਾ ਉਹ ਪਾਰਟੀ ਦੀ ਚੱਲ ਗਿਆ ਤੇ ਪਤਾ ਨਹੀਂ ਕਿੱਡੀ ਕੁ ਵੱਡੀ ਢਾਹ ਲੱਗ ਗਈ, ਕਿਉਂਕਿ ਜ਼ਖਮ ਤਾਜ਼ੇ ਆ, ਤਾਂ ਕਰਕੇ ਸਾਰਾ ਕੁਝ ਮਹਿਸੂਸ ਹੋ ਰਿਹਾ। ਨਹੀਂ ਤੇ ਇੱਥੇ ਤੇ ਆਪਾਂ ਜਾਣਦੇ ਵੀ ਸਰਕਾਰ ਉਹਨਾਂ ਦੀ ਵੀ ਬਣੀ ਆ ਜਿਨ੍ਹਾਂ ਨੇ ਸਾਡਾ ਅਕਾਲ ਤਖਤ ਸਾਹਿਬ ਢਾਤਾ ਜੀ ਜੀ। ਮਤਲਬ ਕਿਉਂਕਿ ਯਾਨੀ ਕਿ ਜੇ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਬੀਜੇਪੀ ਸਿਆਸੀ ਤੌਰ ਦੇ ਉੱਤੇ ਆਪਣੀ ਕੋਈ ਵੱਡੀ ਚਾਲ ਚੱਲ ਕੇ ਇੱਥੇ ਸਰਕਾਰ ਬਣਾ ਲੂ, ਯਾਨੀ ਕਿ ਉਹਦਾ ਕੋਈ ਪੰਜਾਬ ਨੂੰ ਅਸਰ ਨਹੀਂ ਹੋਣਾ। ਤੁਸੀਂ ਕਹਿੰਦੇ ਹੋ ਕਿ ਕਾਂਗਰਸ ਵੀ ਸਰਕਾਰ ਬਣਾਉਣ ਵਾਲੀ ਤੇ ਅਜੇ ਕੋਈ ਹਾਲਾਤ ਹੈ ਨਹੀਂ ਬੀਜੇਪੀ ਲਈ, ਪਰ ਕਈ ਲੀਡਰ ਜਾਣ ਨੂੰ ਬੜੇ ਤਿਆਰ ਨੇ। ਲੀਡਰ ਚੱਲ ਜਾਣਗੇ, ਪਬਲਿਕ ਨਹੀਂ ਹੈਗੀ ਨਾਲ, ਲੋਕ ਨਹੀਂ ਹੈਗੇ ਪੰਜਾਬ ਦੇ। ਜਿਹੜੀ ਪੰਜਾਬ ਦੀ ਗਰਾਊਂਡ ਰਿਪੋਰਟ ਆ ਉਹ ਕੋਈ ਵੀ ਇਹਨਾਂ ਦੇ ਪੱਖ 'ਚ ਨਹੀਂ ਹੈਗਾ, ਕਿਉਂਕਿ ਲੀਡਰਾਂ ਤੋਂ ਲੋਕ ਇਹਨਾਂ ਤੋਂ ਅੱਕੇ ਪਏ ਆ, ਜਾਂ ਤੇ ਇਹਨਾਂ ਲੀਡਰਾਂ ਦੀਆਂ ਬੜੀਆਂ ਪ੍ਰਾਪਤੀਆਂ ਹੋਣ ਕੌਮ ਦੇ ਵਾਸਤੇ, ਕੌਮ ਦੇ ਭਲੇ ਲਈ ਇਹਨਾਂ ਬੜੇ ਚੰਗੇ ਕੰਮ ਕੀਤੇ ਹੋਣ,
ਤੇ ਕੌਮ ਇਹਨਾਂ ਦਾ ਸਤਿਕਾਰ ਕਰਦੀ ਹੋਵੇ। ਕੌਮ ਨੂੰ ਤੇ ਪਹਿਲਾਂ ਹੀ ਪਤਾ ਵੀ ਇਹ ਕਰਪਟ ਲੋਕ ਆ, ਕੌਮ ਦਾ ਇਹਨਾਂ ਨੁਕਸਾਨ ਕੀਤਾ। ਤੇ ਜੇ ਆਪਾਂ ਪੰਜਾਬ ਦੀਆਂ ਸਾਰੀਆਂ ਵੋਟਾਂ ਦੀ ਗੱਲ ਕਰ ਲਈਏ, ਜੇ ਸਿਰਫ ਸਿਆਸੀ ਪੱਧਰ ਤੇ ਆਪਾਂ, ਕਿਉਂਕਿ ਚੋਣਾਂ ਆ ਰਹੀਆਂ ਨੇ ਹੁਣ, ਸਾਰਾ ਕੁਝ ਉਹ ਚੋਣਾਂ ਕਰਕੇ ਹੋ ਰਿਹਾ ਹੈ, ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਦੇ ਵਿੱਚ ਵੱਡਾ ਜਿਹੜਾ ਵਰਗ ਇਹੋ ਜਿਹਾ ਵੀ ਹੈਗਾ ਜਿਹੜਾ ਐਂਡ ਤੇ ਅਖੀਰ ਤੇ ਆ ਕੇ ਉਹਨਾਂ ਨੇ ਆਪਣੀ ਵੋਟ ਵੇਚ ਦੇਣੀ ਹੁੰਦੀ ਹੈ। ਤਾਂ ਫਿਰ ਇਹ 'ਚ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬੀਜੇਪੀ ਸੱਤਾ ਦੇ ਵਿੱਚ ਆ ਸਕਦੀ ਹੈ, ਫਿਰ ਪੰਜਾਬ ਨੂੰ ਕੀ ਨੁਕਸਾਨ ਨਹੀਂ। ਵੈਸੇ ਪੰਜਾਬ 'ਚ ਵੋਟ ਵਿਕਦੀ ਨਹੀਂ ਜੀ, ਗਲਤ ਗੱਲ ਹੈ। ਹਾਂ, ਪੰਜਾਬ ਦੀ ਵੋਟ ਪ੍ਰਭਾਵਿਤ ਹੁੰਦੀ ਆ ਜੀ, ਮਤਲਬ ਪੰਜਾਬ 'ਚ ਵੋਟ ਨਹੀਂ ਵਿਕਦੀ, ਨਾ ਸਾਡੇ ਲੋਕ ਵਿਕਦੇ ਆ। ਗੱਲ ਵੀ ਲੋਕਾਂ ਨੂੰ ਦੀਦਾ ਕੀ ਆ ਸਾਹਮਣੇ, ਜੋ ਦੀਦਾ ਉਹਦੇ ਹਿਸਾਬ ਨਾਲ ਵੋਟ ਵਿਕਦੀ ਹੈ। ਅਸੀਂ ਖੁਦ ਦੇਖਦੇ ਆ, ਪਿੰਡਾਂ ਦੇ ਵਿੱਚ ਰਹਿੰਦੇ ਆ, ਹੋ ਸਕਦਾ ਤੁਹਾਡੇ ਇਲਾਕੇ 'ਚ ਨਾ ਵਿਕਦੀ ਹੋਵੇ। ਨਹੀਂ, ਵੋਟ ਵਿਕਦੀ ਨਹੀਂ ਹੁੰਦੀ, ਲੋਕ ਧੜਿਆਂ ਨਾਲ ਜੁੜੇ ਹੁੰਦੇ ਆ, ਉਹ ਜਿਹੜੇ ਧੜੇ ਨਾਲ ਜੁੜਿਆ ਹੁੰਦਾ ਉਹ ਪਾਸੇ ਭੁਗਤ ਜਾਂਦਾ। ਪਰ ਜੇ ਆਪਾਂ ਕਹਿ ਦਈਏ ਵੀ ਪੰਜਾਬ ਦੇ ਲੋਕ ਵੋਟਾਂ ਆਪਣੀਆਂ ਵੇਚ ਦਿੰਦੇ ਆ, ਐਂ ਦੀ ਕੋਈ ਗੱਲ ਨਹੀਂ। ਉਹਨਾਂ ਨੂੰ ਧਿਰ ਦਿਖਣੀ ਚਾਹੀਦੀ ਕੋਈ, ਜੇ ਧਿਰ ਕੋਈ ਪਾਕ ਸਾਹਿਬ ਦਿਖੂਗੀ ਤੇ ਲੋਕ ਫੈਸਲਾ ਵੀ ਕਰ ਲੈਣਗੇ। ਤੇ ਮਨਜਿੰਦਰ ਸਿੰਘ ਸਿਰਸਾ ਦੀ ਜੇ ਉਹਨਾਂ ਦੀ ਆਪਾਂ ਪਰਸਨੈਲਿਟੀ ਦੀ ਗੱਲ ਕਰੀਏ, ਸਿੱਖ ਪਰਸਨੈਲਿਟੀ ਦੇ, ਭਾਵੇਂ ਹੁਣ ਆਪਾਂ ਹੁਣੇ ਚਰਚਾ ਕੀਤੀ ਹੈ ਕਿ ਉਹ ਅੰਦਰੋਂ ਤੁਸੀਂ ਕਿਹਾ ਕਿ ਖੋਟੇ ਸਿੱਕੇ ਸੀਗੇ, ਤੇ ਹੁਣ ਤੱਕ ਉਹਨਾਂ ਨੂੰ ਪ੍ਰਧਾਨਗੀ ਮਿਲੀ ਹੈ DSGMC ਦੀ, ਜਨਰਲ ਸੈਕਟਰੀ ਉਹ ਰਹੇ ਹੈਗੇ ਨੇ, ਤੇ ਉਹਨਾਂ ਦੀ ਸਿੱਖ ਸ਼ਖਸੀਅਤ ਕਿਸ ਤਰੀਕੇ ਦੀ ਮੰਨਦੇ ਹੋ ਤੁਸੀਂ? ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਜਿਹੜਾ ਉਹਨਾਂ ਦਾ ਰੂਟ ਸੀ ਉੱਥੇ ਚਲੇ ਗਏ, ਸੰਗੀ ਸੀਗੇ, ਸੰਗੀਆਂ 'ਚ ਚਲੇ ਗਏ। ਬਿਲਕੁਲ ਠੀਕ ਕਹਿ ਰਹੇ ਲੋਕ ਜੀ, ਉਹ ਬਿਲਕੁਲ ਸੰਗੀ ਸੀ ਤੇ ਸੰਗ ਦੇ ਵਿੱਚ ਹੀ ਵਾਪਸ ਆਪਣੇ ਮੱਛੀ ਜਿਹੜੀ ਵਾਪਸ ਤਲਾਅ 'ਤੇ ਚਲ ਗਈ ਆ। ਇਹਦੀ ਸ਼ਖਸੀਅਤ ਕੀ ਸੀ? ਸਾਡੀ ਜਿਹੜੀ ਰਹਿਤ ਮਰਿਆਦਾ ਵੀ ਆ, ਜਾਂ ਇੱਕ ਆਮ ਘਰ ਦੇ ਵਿੱਚ ਜਿਹੜਾ ਕੋਈ ਸਿੱਖ ਵੀ ਆ, ਉਹਦੇ ਲਈ ਪੰਜਾਬੀ ਆਉਣੀ ਬੜੀ ਜ਼ਰੂਰੀ ਆ। ਜਿਹੜੇ ਬੰਦੇ ਨੂੰ ਪੰਜਾਬੀ ਨਹੀਂ ਆਉਂਦੀ, ਗੁਰਮੁਖੀ ਲਿਖਣੀ ਤੱਕ ਨਹੀਂ ਆਉਂਦੀ, ਉਹ ਕਿੱਦਾਂ ਸਿੱਖਾਂ ਦਾ ਆਗੂ ਹੋ ਸਕਦਾ? ਉਹ ਕਿੱਦਾਂ ਸਿੱਖ ਇੱਕ ਪਛਾਣ ਦਾ ਵੱਡਾ ਆਗੂ ਹੋ ਸਕਦਾ? ਫਿਰ ਕਿਸਾਨ ਮੋਰਚੇ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਵੀ ਇਹਨਾਂ ਦਾ ਯੋਗਦਾਨ ਨਹੀਂ, ਪਰ ਹੁਣ ਜਿਵੇਂ ਉਸੇ ਵੇਲੇ ਹੀ ਇਹ ਵਾਪਸ ਜਾ ਰਿਹਾ ਤੇ ਉਹ ਕਿਤੇ ਨਾ ਕਿਤੇ ਤੇ ਸ਼ੱਕੀ ਹੋ ਗਿਆ ਨਾ ਵੀ ਇਹ ਜਾਣ ਕੇ ਇਹਨੂੰ ਬਾਰਿਆ ਗਿਆ ਸੀ, ਸਿੱਖਾਂ ਦੇ ਨੇੜੇ ਲਿਆਉਣ ਨੂੰ, ਕਿਸਾਨਾਂ ਦੇ ਨੇੜੇ ਲਿਆਉਣ ਨੂੰ ਹੀਰੋ ਬਣਾਇਆ ਗਿਆ, ਤੇ ਮੌਕਾ ਮਿਲਣ ਦੇ ਉੱਤੇ ਉਹਨੂੰ ਉਹਨਾਂ ਨੇ ਵਰਤਣਾ ਹੈ। ਇਹ ਕਰਕੇ ਕੋਈ ਸਿਰਸੇ ਦਾ ਕੋਈ ਇਹੋ ਜਿਹਾ ਇੱਕ ਕੰਮ ਵੀ ਜਿਹਦੇ ਨਾਲ ਕੌਮ ਮਾਣ ਕਰੇ, ਕੌਮ ਫਖਰ ਕਰੇ, ਕੋਈ ਇੱਕ ਕੰਮ ਇਹਨੇ ਇਹੋ ਜਿਹਾ ਕੀਤਾ ਹੋਵੇ ਕੌਮ ਦਾ, ਕੌਮ ਦੇ ਭਲੇ ਦਾ, ਕੌਮ ਦੇ ਹਿੱਤ ਦਾ। ਪਰ ਹੁਣ ਉਹ ਕਰ ਰਹੇ ਨੇ। ਹੁਣ ਜਦੋਂ ਕੱਲ ਗਏ ਨੇ ਬੀਜੇਪੀ ਦੇ ਵਿੱਚ, ਉਹਨਾਂ ਨੇ ਇੱਕ ਠੋਕ ਕੇ ਕਿਹਾ, ਕਹਿੰਦੇ ਕਿ ਬੀਜੇਪੀ ਹਮੇਸ਼ਾ ਸਿੱਖ ਮਸਲਿਆਂ ਦੇ ਲਈ ਖੜਦੀ ਰਹੀ ਹੈ ਤੇ ਬੀਜੇਪੀ ਦਿਲੋਂ ਚਾਹੁੰਦੀ ਹੈ ਕਿ ਅਸੀਂ ਸਿੱਖਾਂ ਦੇ ਮਸਲੇ ਹੱਲ ਕਰੀਏ ਤੇ ਆਉਂਦੇ ਦਿਨਾਂ ਦੇ ਵਿੱਚ ਮੈਂ ਸਾਰੇ ਮਸਲੇ ਹੱਲ ਕਰਵਾ ਦਿਆਂਗਾ। ਤੁਸੀਂ ਵੀ ਸੁਣੇ ਹੋਣੇ ਕਿਹੜੇ ਮਸਲਿਆਂ ਦੀ ਗੱਲ ਕਰਦੇ ਨੇ, ਤੇ ਲੱਗਦਾ ਨਹੀਂ ਤੁਹਾਨੂੰ ਵੀ ਹੁਣ ਸਿੱਖਾਂ ਦਾ ਕੁਛ ਨਾ ਕੁਛ ਸਮਝ ਜੂ ਫਿਰ ਬੀਜੇਪੀ ਨਾਲ ਜਾਣ ਤੇ ਉਹਨਾਂ ਦੇ? ਸਬਰ ਨਾਲ ਦੇਖੋ ਜੀ, ਵੀ ਜਿਹੜਾ ਬੰਦਾ ਸਿੱਖਾਂ ਦੀ ਤੀਜੀ ਵੱਡੀ ਜਿਹੜੀ ਜਮਾਤ ਆ ਜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦਾ ਬੰਦਾ ਪ੍ਰਧਾਨ ਰਵੇ ਤੇ ਸਿੱਖ ਮਸਲਿਆਂ ਤੇ ਕੋਈ ਬਹੁਤੀ ਗੱਲ ਨਾ ਕਰ ਸਕੇ, ਜਾਂ ਉਹਨਾਂ ਨੂੰ ਸਰਕਾਰੀ ਦਰਬਾਰੇ ਚੁੱਕ ਨਾ ਸਕੇ, ਹੱਲ ਕਰਨ ਵਾਲੇ ਪਾਸੇ ਨਾ ਲਿਜਾ ਸਕੇ, ਤੇ ਉਹ ਉਸ ਜਮਾਤ ਦੇ ਵਿੱਚ ਜਿਹੜੀ ਤੁਹਾਡੀ ਵੱਖਰੀ ਆਇਡੈਂਟੀ ਨੂੰ ਨਹੀਂ ਮੰਨਦੀ, ਜਿਵੇਂ ਤੁਸੀਂ ਵੀ ਕਿਹਾ, ਉੱਥੇ ਜਾ ਕੇ ਕਿਵੇਂ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰ ਲੈਣਗੇ? ਜੇ ਬੰਦਾ ਅਕਾਲੀ ਦਲ ਦੇ ਵਿੱਚ ਰਹਿ ਕੇ, ਜਿਹੜੀ ਕਿ ਸਿੱਖਾਂ ਦੀ ਇੱਕ ਨੁਮਾਇੰਦਾ ਰਾਜਸੀ ਜਮਾਤ ਹੈਗੀ ਸੀ, ਜੇ ਉਹਦੇ ਵਿੱਚ ਰਹਿ ਕੇ ਸਿੱਖਾਂ ਦੀ ਗੱਲ ਨਹੀਂ ਕਰ ਸਕਦਾ, ਤੇ ਉਹ ਬੀਜੇਪੀ ਦੇ ਵਿੱਚ ਜਾ ਕੇ ਕਿੱਦਾਂ ਕਰ ਲੂਗਾ? ਇਹ ਕਿੱਦਾਂ ਪੋਸੀਬਲ? ਐਗਜ਼ਾਮਪਲਸ ਦਿੰਦੇ ਨੇ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ, ਇਹ 1 2 3 ਬੜੀਆਂ ਚੀਜ਼ਾਂ ਉਹਨਾਂ ਨੇ ਗਿਣਾਈਆਂ ਨੇ ਕਿ ਇਹ ਬੀਜੇਪੀ ਨੇ ਕੀਤੀਆਂ ਸਿੱਖਾਂ ਦੇ ਲਈ। ਇਹ ਤੇ ਵੇਖੋ ਇੰਟਰਨੈਸ਼ਨਲ ਸਾਰੇ ਹਾਲਾਤ ਹੀ ਇਦਾਂ ਦੇ ਬਣ ਰਹੇ ਆ ਵੀ ਦੁਨੀਆ ਖੁੱਲ ਰਹੀ ਆ। ਜਦੋਂ ਸਾਰੀ ਦੁਨੀਆ ਖੁੱਲ ਰਹੀ ਹੈ ਤਾਂ ਕਰਤਾਰਪੁਰ ਦਾ ਲਾਂਘਾ ਵੀ ਖੁੱਲੂਗਾ। ਨਹੀਂ, ਜਿਹੜਾ ਪਹਿਲਾਂ ਖੋਲਿਆ, ਮੁੜ ਖੋਲਣ ਦੀ ਗੱਲ ਨਹੀਂ, ਉਹ ਕਹਿੰਦੇ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਬੀਜੇਪੀ ਦੇ ਰਾਜ ਵਿੱਚ ਪਹਿਲਾਂ ਵੀ, ਤੇ ਮੈਂ ਉਹੀ ਕਹਿ ਰਿਹਾ ਜੀ ਵੀ ਪਹਿਲਾਂ ਵੀ ਮਤਲਬ ਜਿਹੜਾ ਸਿੱਖਾਂ ਦਾ ਦਬਦਬਾ ਕੁੱਲ ਦੁਨੀਆ 'ਚ ਬਣ ਰਿਹਾ ਜੀ, ਉਸ ਗੱਲ ਤੋਂ ਭਾਰਤ ਸਰਕਾਰ ਵੀ ਤੇ ਇਨਕਾਰੀ ਨਹੀਂ ਨਾ ਹੋ ਸਕਦੀ ਜੀ। ਉਸ ਕਰਕੇ ਇਹਨਾਂ ਨੇ ਮਜਬੂਰੀ ਵਸ ਲਾਂਘਾ ਖੋਲਿਆ। ਬਾਕੀ ਜੇ ਖੋਲਤਾ ਵਾ ਤੇ ਭਾਰਤ ਦੇ ਹੀ ਨਾਗਰਿਕਾਂ, ਮਤਲਬ ਅਸੀਂ ਵੀ ਤੇ ਇੱਥੋਂ ਦੇ ਹੀ ਆ, ਜੇ ਖੋਲਤਾ ਤੇ ਕੋਈ ਸਾਨ ਥੋੜਾ ਵਾ, ਮੋਦੀ ਨੇ ਕੋਈ ਸਾਡੇ ਤੇ ਸਾਨ ਕਰਤਾ, ਸਾਡਾ ਹੱਕ ਆ। ਜੇ ਇਹ ਲੋਕ ਕੈਲਾਸ਼ ਮਾਨਸਰੋਵਰ ਜਾ ਸਕਦੇ ਆ ਜੀ ਚਾਈਨਾ ਦੇ ਵਿੱਚ, ਤੇ ਅਸੀਂ ਜਿਹੜੇ ਉਹ ਲਾਗੇ 4 ਕਿਲੋਮੀਟਰ ਅੱਗੇ ਨਹੀਂ ਟੱਪ ਸਕਦੇ? ਕੀ ਅਸੀਂ ਇੱਥੋਂ ਦੇ ਨਾਗਰਿਕ ਨਹੀਂ ਆ? ਮਤਲਬ ਇਹਦੇ ਵਿੱਚ ਅਹਿਸਾਨ ਵਾਲੀ ਕਿਹੜੀ ਗੱਲ ਆ? ਅਹਿਸਾਨ ਤੇ ਆਪਾਂ ਤਾਂ ਮੰਨੀਏ ਨਾ ਵੀ ਅਸੀਂ ਇੱਥੋਂ ਦੇ ਹੋਈਏ ਨਾ, ਕੋਈ ਬਗਾਨੇ ਦੇ ਆਸਾਨ ਹੁੰਦਾ, ਆਪਣੇ ਤੇ ਥੋੜਾ ਹੁੰਦਾ। ਇੱਕ ਬੰਨੇ ਕਹਿੰਦੇ ਤੁਸੀਂ ਆਪਣੇ ਹੋ ਜੀ, ਪਰ ਇਹ ਵੀ ਸੱਚ ਹੈ ਕਿ ਜਿਹੜੀ ਭਾਰਤ ਦੀ ਸਰਕਾਰ ਹੈ, ਜਿਹੜੀ ਹਕੂਮਤ ਹੈ, ਹਾਕਮ ਦੇ ਹੱਥ ਵਿੱਚ ਬੜੀ ਪਾਵਰ ਹੁੰਦੀ ਹੈ, ਉਹ ਕੁਝ ਵੀ ਕਰ ਸਕਦਾ ਹੈਗਾ। ਤੇ ਜੇ ਮਸਲੇ ਹੱਲ ਹੁੰਦੇ ਨੇ ਤੇ ਫਿਰ ਕੀ ਘਾਟਾ? ਤੇ ਮਸਲੇ ਕਿਹੜੇ ਮੰਨਦੇ ਹੋ ਤੁਸੀਂ? ਮੈਂ ਤਾਂ ਕਹਿੰਦਾ ਜੀ ਸਾਰੇ ਮਸਲੇ ਹੱਲ ਕਰ ਦੇਣ। ਕਿਹੜੇ? ਸਾਡਾ ਸਭ ਤੋਂ ਪਹਿਲਾਂ ਤੇ ਮਸਲਾ ਸਾਡੀ ਪਛਾਣ ਦਾ, ਜਿਹੜਾ ਸੰਵਿਧਾਨ ਦੀ ਧਾਰਾ 25(b) ਦੇ ਵਿੱਚ ਆਖਿਆ ਗਿਆ ਕਿ ਸਿੱਖ ਜਿਹੜੇ ਆ ਉਹ ਕੇਸਾਧਾਰੀ ਹਿੰਦੂ ਆ ਜੀ। ਜਿਹੜੀ ਸਾਡੀ ਆਇਡੈਂਟੀ ਦੀ ਗੱਲ ਆ, ਸਾਡੀ ਪਛਾਣ ਦੀ ਗੱਲ ਆ, ਉਹਨੂੰ ਸਹੀ ਕਰਨ ਦਿਓ। ਸਾਨੂੰ ਇੱਕ ਵੱਖਰੀ ਕੌਮ, ਇੱਕ ਵੱਖਰੀ ਨਸਲ ਮੰਨ ਲੈਣ ਜੀ।
ਇਹ ਮਤਲਬ ਜੇ ਸਿਰਸਾ ਲਕਰਾਸ ਜੇ ਬੀਜੇਪੀ ਕਰੇ ਮਤਲਬ ਸਾਡਾ ਹੱਕ ਵੀ ਆ, ਅਸੀਂ ਕੋਈ ਭੀਖ ਨਹੀਂ ਮੰਗਦੇ, ਇਹ ਸਾਡਾ ਹੱਕ ਆ। ਜੇ ਬੀਜੇਪੀ ਕਰੇ ਤੇ ਚੰਗੀ ਗੱਲ ਆ, ਉਹਨਾਂ ਦਾ ਫਰਜ਼ ਆ ਇਹਨੂੰ ਕਰਨਾ, ਕਿਉਂਕਿ ਸਰਕਾਰ ਜਿਹੜੀ ਆ ਲੋਕਾਂ ਲਈ ਹੁੰਦੀ ਆ ਨਾ, ਤੇ ਸਰਕਾਰ ਕਿਸੇ ਇੱਕ ਧਰਮ ਜਾਂ ਇੱਕ ਵਰਗ ਦੀ ਨਹੀਂ ਹੁੰਦੀ, ਸਰਕਾਰ ਸਾਰਿਆਂ ਲਈ ਹੁੰਦੀ ਆ। ਉਹਦੇ ਵਿੱਚ ਅਸੀਂ ਵੀ ਆਉਨੇ ਆ। ਜੇ ਸਾਡੇ ਕੋਈ ਮਸਲੇ ਹੈਗੇ ਆ, ਭਾਵੇਂ ਸਾਡੇ ਗੁਰਦੁਆਰਿਆਂ ਦੇ ਮਸਲੇ ਆ ਵੀ ਜਿਹੜੇ ਢਾਹ ਦਿੱਤੇ ਗਏ, ਗਿਆਨ ਗੋਦੜੀ ਸਾਹਿਬ ਜਾਂ ਡਾਂਗਮਾਰ ਹੋਰ ਕਈ ਗੁਰਦੁਆਰਾ ਸਾਹਿਬ ਆ, ਉਹਦੇ ਸਰਕਾਰ ਦਾ ਫਰਜ਼ ਆ ਵੀ ਉਹਨੂੰ ਹੱਲ ਕਰੇ ਤੇ ਹੱਲ ਕਰ ਦੇਣ। ਹੋਰ ਵੀ ਬਹੁਤ ਸਾਰੇ ਮਸਲੇ ਆ। ਸਾਡਾ ਚੰਡੀਗੜ੍ਹ ਜਿਹੜਾ ਉਹ ਸਾਡਾ ਵਾ ਪੰਜਾਬ ਦਾ, ਉਹ ਬਾਹਰ ਆ, ਪੰਜਾਬੀ ਬੋਲਦੇ ਇਲਾਕੇ ਬਾਹਰ ਆ। ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਜਾਬ ਦਾ ਪਾਣੀ ਕਿੱਦਾਂ ਗਿਆ, ਜਿਹੜਾ ਪਾਣੀ ਗਿਆ ਵਾ ਉਹਦਾ ਮੁੱਲ ਦੇਣ ਦੀ ਗੱਲ ਆ। ਹੋਰ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਆ। ਤੇ ਫਿਰ ਇਹ ਜੇ ਦੇ ਸਕਦੇ ਤੇ ਦੇ ਦੇਣ, ਪਰ ਉਹ ਦੇਣਾ ਇਹਨਾਂ ਦਾ ਫਰਜ਼ ਆ। ਬਿਲਕੁਲ ਸਰ, ਤੁਹਾਨੂੰ ਲੱਗਦਾ ਕਿ ਮਨਜਿੰਦਰ ਸਿੰਘ ਸਿਰਸਾ ਇਹ ਮਸਲੇ ਹੱਲ ਕਰਵਾਉਣਗੇ? ਹਾਲਾਂਕਿ ਉਹਨਾਂ ਨੇ ਗੁਰਦੁਆਰਿਆਂ ਦੀ ਗੱਲ ਜ਼ਰੂਰ ਕੀਤੀ ਹੈ, ਜਿਹੜਾ ਪਛਾਣ ਦਾ ਮਸਲਾ ਹੈ ਜਾਂ ਫਿਰ ਆਨੰਦਪੁਰ ਸਾਹਿਬ ਦਾ ਮਤਾ, ਤੁਹਾਨੂੰ ਲੱਗਦਾ ਵੀ ਇਹ ਇਹਨਾਂ ਮਸਲਿਆਂ ਨੂੰ ਚੱਕਣਗੇ ਬੀਜੇਪੀ ਦੇ ਕੋਲੇ? ਦੇਖੋ ਜੀ, ਕੋਈ ਚੱਕਣਾ ਨਹੀਂ ਹੈਗਾ ਜੀ ਮਸਲਾ। ਅਸਲ ਦੇ ਵਿੱਚ ਕੀ ਆ ਵੀ ਸਿਰਸੇ ਉੱਤੇ ਬਹੁਤ ਸਾਰੇ ਕੇਸ ਸੀ। ਤੁਹਾਨੂੰ ਕੀ ਲੱਗਦਾ ਉਹ ਸਿੱਖਾਂ ਕਰਕੇ ਗਿਆ ਵੀ ਉਹਨੂੰ ਸਿੱਖਾਂ ਤੇ ਬੜੀ ਹਮਦਰਦੀ ਆ ਗਈ ਮਨਜਿੰਦਰ ਸਿੰਘ ਸਿਰਸੇ ਨੂੰ, ਤੇ ਸਿੱਖਾਂ ਦੇ ਭਲੇ ਤੇ ਜਾ ਕੇ ਬੀਜੇਪੀ 'ਚ ਵੜ ਗਿਆ ਜੀ? ਇਹ ਤੇ ਮਤਲਬ ਐਵੇਂ ਗੱਲ ਹੀ ਨਾ ਲੱਗ ਰਹੀ ਸਾਨੂੰ। ਯਾਨੀ ਕਿ ਜੋ ਅਕਾਲੀ ਦਲ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਕਹਿ ਰਹੇ ਨੇ ਉਹ ਠੀਕ ਹੈ, ਉਹ ਵੀ ਇਹੀ ਕਹਿ ਰਹੇ ਨੇ ਕਿ ਜਥੇਦਾਰ ਸਾਹਿਬ ਨੇ ਤਾਂ ਅੱਜ ਹੀ ਬਿਆਨ ਦਿੱਤਾ ਹੈਗਾ ਕਿ ਦੋ ਆਪਸ਼ਨਸ ਦਿੱਤੀਆਂ ਸੀ, ਜਾਂ ਬੀਜੇਪੀ ਚੁਣ ਲੈ ਜਾਂ ਫਿਰ ਜੇਲ੍ਹ, ਤੇ ਉਹ ਬੀਜੇਪੀ ਚੁਣਗੇ। ਪਰ ਇਹ ਦੇਖੋ ਨਾ ਜੀ, ਇਤਿਹਾਸ ਨੂੰ ਝਟਕਾਉਣ ਵਾਲੀ ਗੱਲ ਕਰ ਰਿਹਾ ਨਾ ਜਥੇਦਾਰ ਸਾਹਿਬ। ਅੱਛਾ, ਸਿੱਖ ਤੇ ਜਿਹੜੇ ਆ ਉਹ ਉਦੋਂ ਵੀ ਧਰਮ ਨਹੀਂ ਛੱਡਦੇ ਜਦੋਂ ਉਹਨਾਂ ਦੇ ਇੱਥੇ ਤਲਵਾਰ ਰੱਖੀ ਹੁੰਦੀ ਕਿ ਤੁਹਾਨੂੰ ਉਹ ਵੱਢ ਦਿੰਦੇ ਸੀ, ਕਹਿੰਦੇ ਧਰਮ ਨਹੀਂ ਛੱਡਦੇ। ਰੋਜ਼ ਅਸੀਂ ਅਰਦਾਸ ਦੇ ਵਿੱਚ ਆਪਣੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਇਹ ਕਿਉਂਕਿ ਇਹਨਾਂ ਨੇ ਧਰਮ ਨਹੀਂ ਛੱਡਿਆ। ਇਹਦਾ ਮਤਲਬ ਸਿਰਸਾ ਜਿਹੜਾ ਵਾ ਜਥੇਦਾਰ ਸਾਹਿਬ ਇਹ ਕਹਿ ਰਿਹਾ ਵੀ ਉਹ ਆਪਣੀ ਜੇਲ੍ਹ ਨਾਲ ਚਲ ਜਾਂ ਤੇ ਮੈਂ ਧਰਮ ਛੱਡ ਗਿਆ। ਦੂਜੀ ਗੱਲ ਭਈ ਜਿਹੜਾ ਸਿਰਸਾ ਵਾ ਕੋਈ ਸਾਨ ਤੇ ਕਰ ਨਹੀਂ ਰਿਹਾ ਸਿੱਖਾਂ ਤੇ, ਉੱਥੇ ਚਲ ਗਿਆ। ਉਹਨੂੰ ਕਿਸੇ ਨੇ ਕਿਹਾ ਹੈਗਾ ਸੀ ਵੀ ਤੂੰ ਗੁਰਦੁਆਰਿਆਂ ਦਾ ਪੈਸਾ ਖਾ, ਤੇਰੇ ਖਿਲਾਫ ਲੋਕਆਊਟ ਨੋਟਿਸ ਨਿਕਲੇ ਵੀ ਤੂੰ ਭੱਜ ਨਾ ਜਾਵੇਂ। ਉਹਨੂੰ ਕਿਸੇ ਨੇ ਕਿਹਾ ਵੀ ਤੂੰ ਗੁਰਦੁਆਰਿਆਂ ਦਾ ਪੈਸਾ ਖਾ, ਮਤਲਬ ਉਹਨੇ ਖਾਦਾ। ਜੇ ਉਹਨੇ ਗੁਨਾਹ ਕੀਤਾ ਵਾ ਤੇ ਉਹਦੀ ਸਜ਼ਾ ਵੀ ਭੁਗਤੋਗੇ। ਯਾਨੀ ਕਿ ਜਿਹੜੇ ਪਰਚੇ ਦਰਜ ਹੋਏ ਨੇ ਬਿਲਕੁਲ ਸਹੀ ਹੋਏ ਨੇ। ਦੇਖੋ ਜੀ, ਇਹ ਤੇ ਅਦਾਲਤ ਨੇ ਵੇਖਣਾ ਸਹੀ ਹੋਏ ਨੇ ਜਾਂ ਗਲਤ ਹੋਏ ਨੇ, ਪਰ ਜਦੋਂ ਗੁਰਦੁਆਰਿਆਂ ਦੇ ਕਰਪਸ਼ਨ ਦੇ ਦੋਸ਼ ਉਹਨਾਂ ਉੱਤੇ ਆ ਗਏ ਆ ਕਿ ਬਹੁਤ ਸਾਰੇ ਘਪਲਿਆਂ ਦੇ ਕਈ ਉੱਤੇ ਪਰਚੇ ਹੋ ਗਏ, ਪਰ ਕਿਸੇ ਸਿੱਖ ਨੇ ਥੋੜਾ ਨੂੰ ਕਿਹਾ ਸੀ ਭਰਾਵਾ ਤੂੰ ਇਹ ਬੇਈਮਾਨੀ ਕਰ ਲਾ। ਉਹ ਤੋਂ ਬਾਅਦ ਕੋਈ ਕਵੇ ਵੀ ਮੈਨੂੰ ਤੇ ਇਹਨਾਂ ਇਸ ਬੇਈਮਾਨੀ ਕਰਕੇ, ਜਿਵੇਂ ਜਥੇਦਾਰ ਦਾ ਬਿਆਨ ਵੇਖ ਲਈਏ, ਇਸ ਬੇਈਮਾਨੀ ਕਰਕੇ ਉਹਨੂੰ ਜੇਲ੍ਹ ਭੇਜਦੇ ਸੀ ਤੇ ਉਹਨੇ ਮਤਲਬ ਆਖਿਆ ਵੀ ਮੈਂ ਜੇਲ੍ਹ ਨਹੀਂ ਜਾਣਾ। ਤੇ ਇਹਦੇ 'ਚ ਮਤਲਬ ਸਿੱਖਾਂ ਦਾ ਕੀ ਦੋਸ਼ ਆ ਨਾ। ਪਰ ਜਥੇਦਾਰ ਸਾਹਿਬ ਨੇ ਤਾਂ ਇਹ ਵੀ ਦੱਸਿਆ ਹੈਗਾ ਨਾ, ਕਿਉਂਕਿ ਜਥੇਦਾਰ ਸਾਹਿਬ ਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਉਹਨਾਂ ਦਾ ਬਿਆਨ ਬੜੀ ਅਹਿਮੀਅਤ ਰੱਖਦਾ ਹੈ। ਉਹ ਕਹਿੰਦੇ ਨੇ ਕਿ ਜਿਹੜੇ ਉੱਥੋਂ ਦੇ ਸਿੱਖ ਲੀਡਰ ਨੇ ਜਿਨ੍ਹਾਂ ਨੇ ਜ਼ਮੀਨ ਤਿਆਰ ਕੀਤੀ ਸਿਰਸਾ ਦੇ ਲਈ, ਉਹਨਾਂ ਦੀ ਇਹ ਵੱਡੀ ਸਿਆਸੀ ਭੁੱਲ ਹੈ। ਯਾਨੀ ਕਿ ਜਿਹੜੇ ਵਿਰੋਧੀ ਲੀਡਰ ਨੇ ਮਨਜਿੰਦਰ ਸਿੰਘ ਸਿਰਸਾ ਦੇ ਦਿੱਲੀ ਦੇ ਵਿੱਚ, ਉਹਨਾਂ ਨੂੰ ਉਹ ਕਹਿ ਰਹੇ ਨੇ। ਇਹ ਵੀ ਤਾਂ ਹੋ ਸਕਦਾ ਕਿ ਜਾਣਬੁੱਝ ਕੇ ਫਸਾਇਆ। ਇਹ ਵੇਖੋ ਜੀ, ਪੋਲੀਟੀਕਲ ਬਿਆਨ ਆ ਜਥੇਦਾਰ ਸਾਹਿਬ ਦਾ, ਮਤਲਬ ਇਹ ਕੋਈ ਆਪਾਂ ਕੌਮੀ ਬਿਆਨ ਨਹੀਂ ਕਹਿ ਸਕਦੇ। ਹੋ ਸਕਦਾ ਉਹਨਾਂ ਦੀ ਆਪਣੀ ਸੋਚ ਹੋਵੇ, ਪਰ ਜਥੇਦਾਰ ਸਾਹਿਬ ਦਾ ਇਹ ਕਹਿਣਾ ਵੀ ਉਹਨਾਂ ਨੇ ਗਰਾਊਂਡ ਤਿਆਰ ਕੀਤੀ। ਤੇ ਤੁਸੀਂ ਗਰਾਊਂਡ ਤਿਆਰ ਕਰਨ ਕਿਉਂ ਦਿੱਤੀ ਮਨਜਿੰਦਰ ਸਿੰਘ ਸਿਰਸੇ ਨੇ? ਗੁਰਬਾਣੀ ਕਹਿੰਦੀ ਨਾ ਵੀ ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜਦੋਂ ਤੁਸੀਂ ਕਰਪਸ਼ਨ ਕਰੋਗੇ, ਸਿਰਸਾ ਕਰਪਸ਼ਨ ਕਰੂਗਾ, ਸਿਰਸਾ ਗੁਰਦੁਆਰੇ ਦੇ ਪੈਸੇ ਖਾਊਗਾ, ਸਿਰਸਾ ਇਹਦੇ ਬੰਦੇ ਜਿਹੜੇ ਆ ਉਹ ਇੱਕ ਡਾਇਰੈਕਟਰ ਦੇ ਉੱਤੇ ਜੁੱਤੀਆਂ ਮਾਰਨਗੇ, ਤੇ ਉਹਦੇ ਤੋਂ ਬਾਅਦ ਤੁਹਾਡੇ ਤੇ ਪਰਚੇ ਹੋਣੇ, ਹਾਰ ਤੇ ਪੈਣੇ ਨਹੀਂ ਤੁਹਾਡੇ ਗਲ 'ਚ। ਗਲਤੀਆਂ ਤੁਸੀਂ ਕਰੋ ਤੇ ਦੋਸ਼ ਆਪਾਂ ਦੂਜਿਆਂ ਨੂੰ ਕਿੱਦਾਂ ਦੇ ਸਕਦੇ? ਭਾਵੇਂ ਕਿ ਦੂਜੇ ਜਿਹੜੇ ਆ ਗਲਤ ਹੋ ਸਕਦੇ ਆ ਨਾ, ਹੋ ਸਕਦੇ ਉਹਨਾਂ ਦੇ ਕੋਈ ਰਾਜਨੀਤਿਕ ਜਾਂ ਕੁਝ ਹੋਰ ਹਿੱਤ ਹੋਣ। ਪਰ ਜਿੱਥੋਂ ਤੱਕ ਸਿਰਸੇ ਦੀ ਗੱਲ ਆ ਵੀ ਉਹਦੇ ਤੇ ਕਰਪਸ਼ਨ ਦੇ ਪਰਚੇ ਆ, ਸਾਰਾ ਕੁਝ ਆ, ਇਹਦੇ ਵਿੱਚ ਸਿਰਸੇ ਨੂੰ ਨਹੀਂ ਪਤਾ ਵੀ ਮੈਂ ਕਰਪਸ਼ਨ ਨਾ ਕਰਾਂ। ਕਰਪਸ਼ਨ ਉਹ ਕਰ ਰਿਹਾ, ਦੋਸ਼ੀ ਦੂਜਾ ਕਿੱਦਾਂ ਹੋ ਗਿਆ? ਮਤਲਬ ਇਹ ਤੇ ਬੜੀ ਹੋਰ ਤਰ੍ਹਾਂ ਦੀ ਗੱਲ ਲੱਗਦੀ ਨਾ। ਵੀ ਦੂਜੀ ਗੱਲ ਵੀ ਜਥੇਦਾਰ ਸਾਹਿਬ ਨੇ ਜਦੋਂ ਇਹ ਗੱਲ ਕੀਤੀ ਆ ਵੀ ਉਹਨੂੰ ਕਿਹਾ ਵੀ ਜਾਂ ਜੇਲ੍ਹ, ਤੇ ਉਹਨਾਂ ਨੇ ਵੀ ਕਿਹਾ ਮੇਰੀ ਗੱਲਬਾਤ ਹੋਈ ਆ ਫੋਨ ਤੇ ਗੱਲ ਹੋਈ ਆ, ਵੀ ਉਹਨਾਂ ਨੇ ਆਖਿਆ ਵੀ ਮੈਂ ਜਥੇਦਾਰ ਸਾਹਿਬ ਨੂੰ ਸਮਝਾਉਣਾ ਚਾਹੀਦਾ ਸੀ ਨਾ। ਜਥੇਦਾਰ ਕੌਮ ਦਾ ਜਥੇਦਾਰ ਆ, ਜਥੇਦਾਰ ਉਹਨੂੰ ਕਹਿੰਦਾ ਵੀ ਤੇਰੇ ਨਾਲ ਖੜੇ ਆ। ਸਿੱਖ ਤੇ ਜੇਲ੍ਹ ਜਾਣ ਦੀ ਕਿਹੜੀ ਗੱਲ ਆ? ਸਿੱਖ ਤੇ ਚਰਖੜੀਆਂ ਤੇ ਚੜ ਗਏ ਆ, ਸਿੱਖ ਫਾਂਸੀਆਂ ਤੇ ਚੜ ਗਏ ਆ।
ਮਤਲਬ ਜਥੇਦਾਰ ਸਾਹਿਬ ਨੇ ਇਦਾਂ ਬਣਾਇਆ ਵੀ ਜਿੱਦਾਂ ਉਹ ਧਰਮ ਹੀ ਛੱਡ ਗਿਆ ਜੀ ਅਜੇ ਕਿ ਅਕਾਲੀ ਦਲ ਬਾਦਲ ਨੂੰ ਛੱਡਣਾ ਕੋਈ ਧਰਮ ਛੱਡਣਾ ਵੀ ਨਹੀਂ ਹੈਗਾ ਜੀ। ਮਤਲਬ ਇਹ ਕਿਹੜੀ ਗੱਲ ਆ ਅੱਗੇ ਕਿਹੜੇ ਇਹਨਾਂ ਦੀ ਸਾਂਝ ਨਹੀਂ ਹੈਗੀ। ਪਰ ਚਰਚਾ ਤਾਂ ਇਹ ਵੀ ਹੋ ਰਹੀ ਹੈ ਨਾ ਕਿ ਅਕਾਲੀ ਦਲ ਦੀ ਤਾਂ ਹੋਂਦ ਹੀ ਖਤਮ ਹੋ ਰਹੀ ਹੈ ਤੇ ਇੱਕ ਜਿਹੜਾ ਸਭ ਤੋਂ ਅਹਿਮ ਸਵਾਲ ਵੀਰ ਜੀ ਉੱਠ ਰਿਹਾ ਹੈਗਾ ਕਿ ਜਿਹੜੇ ਸਿੱਖ ਸਿਆਸੀ ਲੀਡਰ ਹੈਗੇ ਨੇ ਉਹਨਾਂ ਦੇ ਮਨਾਂ 'ਚੋਂ ਸਿੱਖ ਸੋਚ ਬਿਲਕੁਲ ਹੀ ਖਤਮ ਹੋ ਗਈ। ਜਿਵੇਂ ਹੁਣੇ ਤੁਸੀਂ ਕਿਹਾ ਹੈਗਾ ਕਿ ਕੀ ਇੰਨੇ ਮਤਲਬ ਕਮਜ਼ੋਰ ਹੋ ਗਏ ਕਿ ਜੇਲ੍ਹ ਤੋਂ ਹੀ ਡਰ ਜਾਣਗੇ। ਸਿੱਖ ਸੋਚ ਹੈ ਜਿਹੜੀ ਉਹ ਕੀ ਇੱਕਦਮ ਖਤਮ ਹੋਈ ਹੈ ਜਾਂ ਇਹ ਕੋਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ ਇਹ ਸਾਰਾ? ਦੇਖੋ ਭੈਣ ਜੀ ਵੀ ਜਦੋਂ ਸਾਡੇ ਅਕਾਲੀ ਲੋਕ ਮੋਹਨ ਸਿੰਘ ਜਥੇਦਾਰ ਤੁੜ ਵਰਗੇ ਹੁੰਦੇ ਜੀ, ਜਿਨ੍ਹਾਂ ਨੇ ਘਰ ਨਹੀਂ ਬਣਾਇਆ ਆਪਣਾ ਬਾਹਰ ਨਹੀਂ ਬਣਾਇਆ, ਜਿਨ੍ਹਾਂ ਲਈ ਕੌਮ ਹੀ ਜਦੋਂ ਜਥੇਦਾਰ ਜਿਹੜੇ ਪੁਰਾਣੇ ਹੀ ਉਹਨਾਂ ਦੇ ਲਈ ਹੁੰਦਾ ਸੀ ਪੰਥ ਵਸੈ ਮੈਂ ਉਜੜਾ ਮਨ ਚਾਉ ਘਨੇਰਾ। ਜੀ ਜੀ। ਪੰਥ ਲਈ ਉਹਨਾਂ ਨੇ ਜੇਲਾਂ ਵੀ ਭਰੀਆਂ, ਪੰਥ ਲਈ ਕੁਰਬਾਨੀਆਂ ਵੀ ਕੀਤੀਆਂ। ਜਦੋਂ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਹੀ ਨਹੀਂ ਰਹਿ ਗਈ ਤੁਹਾਡੀ ਪਾਰਟੀ 'ਚ, ਪੰਥ ਦੇ ਵੱਡੇ ਹਿੱਤਾਂ ਦੀ ਗੱਲ ਨਹੀਂ ਹੈਗੀ। ਤੁਸੀਂ ਮੈਨੂੰ ਇਹ ਦੱਸੋ ਪਿਛਲੇ ਤਕਰੀਬਨ 20 ਸਾਲ ਤੋਂ ਅਕਾਲੀ ਦਲ ਬਾਦਲ ਨੇ ਪੰਥ ਦੇ ਹਿੱਤਾਂ ਦੇ ਲਈ ਕੋਈ ਮੋਰਚਾ ਲਾਇਆ ਹੋਵੇ ਜੀ, ਕੋਈ ਧਰਨਾ ਪ੍ਰਦਰਸ਼ਨ ਕੀਤਾ ਹੋਵੇ? ਮਤਲਬ ਜਦੋਂ ਤੁਸੀਂ ਪੰਥ ਦੀ ਗੱਲ ਹੀ ਕਰਨੀ ਛੱਡਤੀ ਤੁਹਾਡੇ ਲਈ ਮਤਲਬ ਇਹ ਹੋ ਗਿਆ ਵੀ ਅਸੀਂ ਸਿਆਸਤ ਦੀ ਉੱਚੀ ਪੌੜੀ ਤੇ ਪਹੁੰਚਣਾ। ਜਦੋਂ ਆਗੂ ਲੋਕ ਜਿਹੜੇ ਅਕਾਲੀ ਦਲ ਦੇ ਵੱਡੇ ਆਗੂ ਆ ਜਾਂ ਪ੍ਰਧਾਨ ਆ, ਜਦੋਂ ਪ੍ਰਧਾਨ ਦੇ ਅੰਦਰ ਸਿੱਖ ਸੋਚ ਨਹੀਂ ਆ ਤੇ ਮਗਰਲਿਆਂ ਦੇ ਵਿੱਚੋਂ ਸਿੱਖ ਸੋਚ ਕਿੱਥੋਂ ਰਹਿਣੀ? ਉਹ ਵੀ ਵਪਾਰੀ ਹੀ, ਅਗਲਾ ਵੱਡਾ ਥੱਲੇ ਵਾਲੇ ਵਪਾਰੀ ਬਣ ਗਏ। ਉਹਨਾਂ ਨੇ ਇਹ ਦੇਖਿਆ ਵੀ ਸਾਨੂੰ ਆਪਣੀ ਨਿੱਜੀ ਤੌਰ ਦੇ ਉੱਤੇ ਆਪਣਾ ਫਾਇਦਾ ਲੈਣਾ ਚਾਹੀਦਾ, ਲਾਭ ਲੈਣਾ ਚਾਹੀਦਾ। ਉਹ ਸਿੱਖ ਸੋਚ ਉੱਥੇ ਰਹੀ ਨਹੀਂ ਜੀ। ਕੁਰਬਾਨੀਆਂ ਵਾਲੇ ਜਦੋਂ ਉੱਥੇ ਸਿੱਖ ਆਗੂ ਨਹੀਂ ਰਹਿ ਗਏ, ਪਿੱਛੇ ਉਹ ਲੋਕ ਵੀ ਨਹੀਂ ਰਹੇ, ਇਹ ਕਰਕੇ ਉੱਥੇ ਸਵਾਰਥ ਭਾਰੂ ਹੋ ਗਿਆ। ਸਵਾਰਥ ਭਾਰੂ ਹੋਣ ਕਰਕੇ ਹੁਣ ਜਦੋਂ ਮਾੜੀ ਜੀ ਮੁਸ਼ਕਲ ਆਉਂਦੀ ਆ ਤੇ ਬੰਦਾ ਆਪਣੇ ਸਵਾਰਥ ਲਈ ਕਦੀ ਇਹ ਪਾਰਟੀ ਚਲ ਜਾਂਦਾ, ਕਦੀ ਉਹ ਪਾਰਟੀ ਚਲ ਜਾਂਦਾ। ਸੋ ਮਤਲਬ ਅਕਾਲੀ ਦਲ ਦੇ ਫਿਰ ਇਹ ਲੀਡਰ ਜਿਹੜੇ ਨੇ, ਤੁਸੀਂ ਕਿਹਾ ਕਿ ਸਿੱਖ ਸੋਚ ਖਤਮ ਹੋਣ ਕਰਕੇ ਹੌਲੀ ਹੌਲੀ ਕਿਰ ਰਹੇ ਨੇ, ਤੇ ਫਿਰ ਤਾਂ ਸਿੱਖ ਸੋਚ ਖਤਮ ਹੋਈ ਤਾਂ ਅਕਾਲੀ ਦਲ ਵੀ ਖਤਮ ਹੋ ਗਿਆ। ਅਕਾਲੀ ਦਲ ਨਹੀਂ ਖਤਮ ਹੋ ਸਕਦਾ ਕਦੀ। ਮੇਰੇ ਹਿਸਾਬ ਨਾਲ ਅਕਾਲੀ ਦਲ ਜਿਹੜਾ ਉੱਠੂਗਾ ਫਿਰ, ਔਰ ਉਹ ਅਕਾਲੀ ਦਲ ਉੱਠੂਗਾ ਜਿਹੜਾ ਸਾਡਾ ਹੈਗਾ। ਜਦੋਂ ਕੋਈ ਲੀਡਰ ਹੀ ਨਹੀਂ ਰਿਹਾ ਫਿਰ ਕੌਣ? ਲੀਡਰ ਇਦਾਂ ਕਦੀ ਨਹੀਂ ਹੁੰਦਾ ਕਿ ਲੀਡਰ ਰਵੇ ਨਾ, ਇਹ ਤੇ ਲੀਡਰ ਹੀ ਨਹੀਂ ਹੈਗੇ ਜਿਹੜੇ ਹੁਣ ਅਕਾਲੀ ਦਲ ਦੇ ਵਿੱਚ ਆ ਵੱਡੇ ਲੋਕ। ਇਹਨਾਂ 'ਚ ਲੀਡਰ ਕਿਹੜਾ ਹੈ? ਕੌਮ ਦਾ ਲੀਡਰ ਕਿਹੜਾ ਹੈ? ਉਹ ਆਪਣੇ ਪਰਿਵਾਰ ਦੇ ਲੀਡਰ ਹੋ ਸਕਦੇ, ਆਪਣੇ ਧੜੇ ਦੇ ਲੀਡਰ ਹੋ ਸਕਦੇ। ਕੌਮ ਦੀ ਗੱਲ ਕਰਨ ਵਾਲਾ ਕਿਹੜਾ ਲੀਡਰ ਹੈਗਾ ਜੀ? ਜਦੋਂ ਤੁਸੀਂ ਇਹ ਵੇਖੋ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸੋ ਕਾਲਡ ਕਾਲੀਆਂ ਦੇ ਰਾਜ 'ਚ ਹੋਣ ਜੀ, ਪਰਚੇ ਵੀ ਤੁਸੀਂ ਸਿੱਖਾਂ ਦੇ ਕਰੋ, ਸਿੱਖ ਹੀ ਮਾਰ ਦੋ, ਫਿਰ ਅਜੇ ਵੀ ਲੋਕ ਪੰਥਕ ਆ। ਮਤਲਬ ਅਕਾਲੀ ਦਲ ਤੇ ਬਾਦਲ ਦਲ ਜਿਹੜਾ ਵਾ, ਇਹ ਅਕਾਲੀ ਦਲ ਤੇ ਹੈ ਹੀ ਨਹੀਂ ਜੀ। ਮਤਲਬ ਤੁਸੀਂ ਬਾਹਰੋਂ ਨਾਮ ਜੋ ਮਰਜ਼ੀ ਦੇ ਦਿਓ, ਕੱਪੜੇ ਜਿਹੜੇ ਮਰਜ਼ੀ ਪਵਾ ਦਿਓ ਜੀ। ਜਿਵੇਂ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਆਖਿਆ ਨਾ ਵੀ ਆਸਾ ਕੀ ਵਾਰ ਦੇ ਵਿੱਚ ਮੁੱਖ ਝੂਠ ਬੇਭੂਖਣ ਸਾਰੰਗ, ਵੀ ਜਿਹੜੇ ਚਲਾਕ ਲੋਕ ਆ ਉਹਦੇ ਅੰਦਰ ਤੇ ਝੂਠ ਆ, ਪਰ ਉਹਨੇ ਉਹਨੂੰ ਸੱਚ ਦੇ ਕੱਪੜੇ ਪਾ ਦੇਣੇ ਹੁੰਦੇ ਜੀ। ਉਹ ਇਹਨਾਂ ਨੇ ਬਾਹਰੋਂ ਕੱਪੜੇ ਕੁੱਪੜੇ ਜੇ ਪਾ ਕੇ ਮਤਲਬ ਕਹਿਤਾ ਵੀ ਅਸੀਂ ਪੰਥ ਆ। ਜਿੱਦਾਂ ਹੁਣ ਵੀ ਕਿਹਾ ਜਾ ਰਿਹਾ ਜੀ ਪੰਥ ਨੂੰ ਖਤਰਾ ਆ ਗਿਆ। ਪੰਥ ਬਾਦਲ ਦਲ ਪੰਥ ਆ? ਜੇ ਪੰਥ ਆ ਤੇ ਫਿਰ ਪੰਥ ਵਿਰੋਧੀ ਕੌਣ ਹੀ ਜੀ? ਪਰ ਐਸਜੀਪੀਸੀ ਵੀ ਤਾਂ ਇਹਨਾਂ ਦੇ ਹੱਥ ਵਿੱਚ ਹੀ ਹੈ ਨਾ, ਅਕਾਲ ਤਖਤ ਸੇ ਇਹਨਾਂ ਦੇ ਹੱਥ ਵਿੱਚ ਤੇ ਹੈ ਜੀ। 10 ਸਾਲ ਤੋਂ ਹੋ ਗਏ ਇਲੈਕਸ਼ਨ ਨਹੀਂ ਹੋਈ ਐਸਜੀਪੀਸੀ ਦੀ। ਮਤਲਬ ਗਲਤ ਤਰੀਕੇ ਨਾਲ ਹੱਥ 'ਚ ਆ ਨਾ ਇਸ ਵੇਲੇ। ਤੇ ਜੇ ਇਲੈਕਸ਼ਨ ਨਹੀਂ ਹੋ ਰਹੀ ਤੁਹਾਡੀ ਤੇ ਉਹ ਚੱਲੇ ਆ ਰਹੇ ਉਦਾਂ ਹੀ। ਇਲੈਕਸ਼ਨ ਹੋਵੇ ਤਾਂ ਹੋ ਸਕਦਾ ਸਿੱਖ ਨੂੰ ਬਦਲ ਦੇਣ। ਪਰ ਜਿਹੜੀ ਇਹ ਬਹੁਤ ਵੱਡੀ ਭੁੱਲ ਆ ਅਕਾਲੀ ਦਲ ਬਾਦਲ ਵਾਲਿਆਂ ਦੀ ਜੀ, ਜਿਹੜਾ ਇਹਨਾਂ ਨੇ ਸਿੱਖੀ ਸੋਚ ਖਤਮ ਕੀਤੀ, ਇਹਦਾ ਖਮਿਆਜਾ ਇਹਨਾਂ ਨੂੰ ਭੁਗਤਣਾ ਪਊਗਾ ਔਰ ਇਹ ਆਪਣੇ ਕੀਤੇ ਕਰਮਾਂ ਦਾ ਫਲ ਭੋਗਣਗੇ। ਤੇ ਇਹ ਜਿਹੜੀ ਸਿੱਖੀ ਸੋਚ ਕੀ ਲੱਗਦਾ ਤੁਹਾਨੂੰ ਕਿ ਬਾਦਲ ਨੇ ਹੀ ਖਤਮ ਕੀਤੀ ਹੈ, ਬਾਦਲ ਪਰਿਵਾਰ ਨੇ, ਜਾਂ ਫਿਰ ਪਿੱਛੇ ਕੋਈ ਹੋਰ ਧਿਰ ਵੀ ਹੈਗੀ ਹੈ? ਨਹੀਂ ਦੇਖੋ ਜੀ, ਧਿਰ ਤੇ ਜਦੋਂ ਅਸੀਂ ਖੁਦ ਹੀ ਗਲਤ ਆ, ਮੈਨੂੰ ਕੋਈ ਬੰਦਾ ਕਿਸੇ ਗਲਤ ਕੰਮ ਲਈ ਵਰਤਣਾ ਚਾਹੁੰਦਾ, ਮੈਂ ਜੇ ਉਹਨਾਂ ਲਈ ਵਰਤਣ ਨੂੰ ਆਪਣੇ ਆਪ ਨੂੰ ਤਿਆਰ ਆ ਤੇ ਤਾਂ ਹੀ ਅਗਲੇ ਮੈਨੂੰ ਵਰਤਣਗੇ ਨਾ। ਕੋਈ ਹੋਰ ਕਿੱਦਾਂ ਵਰਤ ਸਕਦਾ? ਕੀ ਤੁਹਾਡਾ ਵੱਧ ਤੋਂ ਵੱਧ ਤੁਹਾਨੂੰ ਕੀ ਕਰ ਸਕਦੇ ਕੋਈ? ਗੁਰਬਾਣੀ ਨੇ ਸਾਨੂੰ ਆਖਿਆ ਵੀ ਹਮ ਆਦਮੀ ਹਾਂ ਇੱਕਦਮੀ ਮੋਹਲਤ ਮੌਤ ਨਾ ਜਾਣਾ, ਮਰਨਾ ਤੇ ਹੈ ਹੀ ਆ। ਮਤਲਬ ਗੁਰਬਾਣੀ ਨੇ ਆਖਿਆ ਸਾਨੂੰ। ਫੇਰ ਅਸੀਂ ਜ਼ਮੀਰ ਮਾਰ ਕੇ ਕਿਉਂ ਜੀਵੀਏ ਨਾ? ਤੇ ਅਸੀਂ ਮਰਤੇ ਉਦਣ ਹੀ ਗਏ ਜਦੋਂ ਜ਼ਮੀਰ ਮਾਰਤੀ। ਉਹ ਅਕਾਲੀ ਦਲ ਬਾਦਲ ਦੀ ਸਭ ਤੋਂ ਵੱਡੀ ਗਲਤੀ ਜਿਹੜੀ ਆ ਉਹ ਅਕਾਲੀ ਦਲ ਦੇ ਵਿੱਚੋਂ ਸਿੱਖ ਸੋਚ ਨੂੰ ਮਾਰਨਾ ਵਾ ਜੀ। ਉਹ ਸਿੱਖ ਸੋਚ ਨੂੰ ਮਾਰਨ ਕਰਕੇ ਇਹਨਾਂ ਦੇ ਜਿਹੜੇ ਇਹ ਰੇਤ ਦੇ ਮਹਿਲ ਆ ਡਿੱਗਦੇ ਪਏ ਆ। ਹੌਲੀ ਹੌਲੀ ਐਂ ਲੱਗਦਾ ਵੀ ਇਹ ਡਿੱਗ ਪੈਣਗੇ ਕਿਉਂਕਿ ਧਰਮ ਨਹੀਂ ਆ। ਤੇ ਬੀਜੇਪੀ ਜਿਹੜਾ ਇਹ ਕਰ ਰਹੀ ਹੈ, ਮਤਲਬ ਅਕਾਲੀ ਦਲ ਦੇ ਜਿਹੜੇ ਲੀਡਰ ਹੈਗੇ ਨੇ ਬੀਜੇਪੀ ਦੇ ਵਿੱਚ ਹੀ ਕਿਉਂ ਜਾ ਰਹੇ ਨੇ? ਇੱਕ ਤਾਂ ਇਹ ਸਵਾਲ ਹੈ। ਦੂਸਰਾ, ਜੋ ਬੀਜੇਪੀ ਸਿੱਖ ਚਿਹਰਿਆਂ ਨੂੰ ਇਕੱਠਾ ਕਰ ਰਹੀ ਹੈ, ਬੀਜੇਪੀ ਦੀ ਕੀ ਮਨਸ਼ਾ ਹੈਗੀ ਹੈ?
ਕੀ ਬੀਜੇਪੀ ਸਿੱਖ ਸੋਚ ਨੂੰ ਖਤਮ ਕਰ ਰਹੀ ਹੈ, ਪੰਥ ਨੂੰ ਖਤਮ ਕਰਨਾ ਚਾਹੁੰਦੀ ਹੈ? ਕੀ ਲੱਗਦਾ ਤੁਹਾਨੂੰ? ਦੇਖੋ ਜੀ, ਜਿਵੇਂ ਸਾਡੇ ਜਿਹੜੇ ਵੱਡੇ ਹੁੰਦੇ ਸੀ, ਜਿਹੜੇ ਸਰਦਾਰ ਕਪੂਰ ਸਿੰਘ ਵਰਗੇ ਜੀ, ਉਹਨਾਂ ਨੇ ਵੀ ਇਹ ਮਤਲਬ ਮਹਿਸੂਸ ਕੀਤਾ ਸੀ ਵੀ ਜੇ ਇਹ ਲੋਕ ਸਾਨੂੰ ਖਤਮ ਕਰਨਗੇ, ਰਹਿਣਾ ਇਹਨਾਂ ਵੀ ਨਹੀਂ, ਸਾਡੇ ਕਰਕੇ ਇਹਨਾਂ ਦੀ ਹੋਣ ਦਾ। ਤੇ ਜਿਹੜਾ ਮਤਲਬ ਤੁਸੀਂ ਕਿਹਾ ਨਾ ਵੀ ਕਾਲੀ ਜਾਂ ਕੁਝ ਹੋਰ ਲੋਕ ਇੱਧਰ ਹੀ ਜਾ ਰਹੇ ਆ, ਸਾਰੇ ਲੋਕ ਨਾ ਤਾਕਤ ਵੇਖਦੇ ਹੁੰਦੇ ਆ। ਇਸ ਵੇਲੇ ਤਾਕਤਵਰ ਧਿਰ ਕਿਹੜੀ ਆ? ਉਹ ਬੀਜੇਪੀ ਆ। ਬਿਲਕੁਲ। ਨਰਿੰਦਰ ਮੋਦੀ ਦੇ ਬਰਾਬਰ ਦਾ ਪੂਰੇ ਇੰਡੀਆ 'ਚ ਕੋਈ ਲੀਡਰ ਨਹੀਂ ਹੈਗਾ ਜੀ। ਇਹ ਮਤਲਬ ਸਾਨੂੰ ਮੰਨਣਾ ਪਊ। ਜਿਸ ਤਰੀਕੇ ਨਾਲ ਬੀਜੇਪੀ ਨੇ ਪਕੜ ਬਣਾਈ ਆ, ਉਹ ਇੱਥੇ ਕਿਸੇ ਪਾਰਟੀ ਦੀ ਨਹੀਂ ਹੈਗੀ, ਉਹ ਫੈਲੀ ਆ। ਉਹਨਾਂ ਨੇ ਆਪਣਾ ਢਾਂਚਾ ਤਕੜਾ ਤਿਆਰ ਕੀਤਾ, ਭਾਵੇਂ ਆਰਐਸਐਸ ਸਿਧਾਂਤਕ ਤੌਰ ਤੇ ਸਾਡੇ ਵਿਰੋਧੀ ਆ, ਪਰ ਆਰਐਸਐਸ ਨੇ ਜਿਸ ਤਰੀਕੇ ਦੇ ਨਾਲ ਆਪਣਾ ਕੇਡਰ ਪੈਦਾ ਕੀਤਾ, ਮਤਲਬ ਤਾਕਤ ਪੈਦਾ ਕੀਤੀ ਉਹਨਾਂ ਨੇ। ਉਹ ਜਿਹੜੇ ਲੋਕ ਆ, ਕਿਉਂਕਿ ਇਹ ਬੜੇ ਚਲਾਕ ਲੋਕ ਆ, ਇਹ ਭੋਲੇ ਲੋਕ ਨਹੀਂ, ਸਿਰਸੇ ਵਰਗੇ ਨਾ ਜਿਹੜੇ ਹੋਰ ਜਾਣਗੇ, ਬੜੇ ਚਲਾਕ, ਬੜੇ ਚੁਸਤ, ਬੜੇ ਖੁਦਗਰਜ਼, ਬੜੇ ਸਵਾਰਥੀ ਲੋਕ ਆ। ਇਹਨਾਂ ਨੂੰ ਪਤਾ ਵਾ ਵੀ ਸਾਡੇ ਸਵਾਰਥ ਦੀ ਪੂਰਤੀ ਇਹਨਾਂ ਕੋਲੋਂ ਹੀ ਹੋਣੀ ਆ, ਇਹ ਕਰਕੇ ਉਹ ਵੱਡੀ ਤੇ ਰਲ ਜਾਣਗੇ। ਖੋਟਾ ਸਿੱਕਾ ਪਛਾਣਦੇ ਨੇ। ਹਾਂ, ਮਤਲਬ ਉਹ ਮਾੜੀ ਤੇ ਰਲ ਕਿਉਂ ਜਾਣਗੇ? ਉੱਥੋਂ ਉਹਨਾਂ ਨੂੰ ਕੀ ਮਿਲਣਾ? ਤਾਂ ਕਰਕੇ ਮਤਲਬ ਲੈਣਾ ਲੱਗ ਰਹੀਆਂ ਹੁਣ, ਹੌਲੀ ਹੌਲੀ ਬੜੇ ਜਾਣਗੇ ਵੀ ਧੜਾ ਧੜ ਉਧਰ ਚਲੇ ਜਾਣ। ਪਰ ਮੈਂ ਤੇ ਇਹ ਸਮਝਦਾ ਵੀ ਇਹ ਰੱਬ ਦੀ ਕਲਾ ਵਾ, ਰੱਬ ਸਾਡਾ ਗੁਰੂ ਸਾਹਿਬ ਸਮਰੱਥ ਆ ਜੀ, ਉਹ ਕਿਤੇ ਨਾ ਕਿਤੇ ਸਾਰਾ ਕੁਝ ਸਾਹਮਣੇ ਬਾਹਰ ਲਿਆ ਰਿਹਾ। ਕਿਉਂਕਿ ਪਿਛਲੇ 20 ਸਾਲ ਤੋਂ ਜਿਹੜਾ ਇਹਨਾਂ ਦੇ ਨਾਲ ਪੋਲੀਟੀਕਲ ਅਲਾਈਅੰਸ ਆ, 20 ਤੋਂ ਵੀ ਜ਼ਿਆਦਾ 24-25 ਸਾਲ ਤੋਂ, ਬਿਲਕੁਲ ਹਾਂਜੀ, ਉਹ ਜਿਹੜਾ ਅਲਾਈਅੰਸ ਆ ਉਹਨੇ ਅੱਜ ਰੰਗ ਦਿਖਾਉਣਾ ਸ਼ੁਰੂ ਕਰਤਾ। ਉਹ ਤੁਹਾਡੀ ਹੋਂਦ ਨੂੰ ਖਤਮ ਕਰਕੇ ਆਪਣੇ ਵਿੱਚ ਹੀ ਉਹ ਮਿਲਾ ਲੈਣਾ ਚਾਹੁੰਦੇ ਆ, ਪਰ ਇਹ ਤਿਆਰ ਬੈਠੇ ਸੀ ਪਹਿਲਾਂ ਹੀ ਜੀ। ਇਹ ਕਰਕੇ ਨਾ ਤੇ ਕੋਈ ਇਹਨਾਂ ਨੂੰ ਦੁੱਖ ਆ, ਪਰ ਮੈਂ ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਹ ਜ਼ਰੂਰ ਬੇਨਤੀ ਕਰੂੰਗਾ ਵੀ ਤੁਸੀਂ ਕੌਮ ਦੇ ਜਥੇਦਾਰ ਬਣ ਕੇ ਗੱਲ ਕਰੋ, ਕੌਮ ਦੇ ਹਿੱਤਾਂ ਦੀ ਗੱਲ ਕਰੋ, ਕੌਮ ਦੇ ਹੱਕਾਂ ਦੀ ਗੱਲ ਕਰੋ, ਔਰ ਕੌਮ ਦੀ ਗਵਾਹੀ ਕਰੋ। ਜਥੇਦਾਰ ਦਾ ਮਤਲਬ ਹੀ ਹੁੰਦਾ ਵੀ ਜਥੇ ਦੀ ਦਾਰੀ ਕਰਨ ਵਾਲਾ, ਜਥੇ ਦੀ ਗਵਾਹੀ ਕਰਨ ਵਾਲਾ। ਉਹ ਗਵਾਹੀ ਕਰਕੇ ਮਤਲਬ ਕੌਮ ਨੂੰ ਚੜ੍ਹਦੀ ਕਲਾ 'ਚ ਲਿਜਾਓ ਨਾ। ਆਪਾਂ ਕੌਮ ਦੇ ਜਥੇਦਾਰ ਆ, ਇਹ ਨਹੀਂ ਵੀ ਬਾਦਲਾਂ ਤੇ ਕੋਈ ਮਾੜਾ ਜਿਹਾ ਵੀ ਹੋ ਗਿਆ ਤੇ ਅਸੀਂ ਬੋਲ ਪਏ। ਜਦੋਂ ਬਾਕੀ ਕੌਮ ਦੇ ਉੱਤੇ ਕੋਈ ਮੁਸ਼ਕਲ ਪਈ, ਕੋਈ ਹੋਰ ਮਸਲੇ ਆ ਗਏ, ਅਸੀਂ ਬੋਲੀਏ ਹੀ ਨਾ, ਫਿਰ ਅਸੀਂ ਕੌਮ ਦੇ ਜਥੇਦਾਰ ਕਿੱਦਾਂ ਆਏ ਨਾ? ਕੌਮ ਦੇ ਜਥੇਦਾਰ ਇਹਨਾਂ ਨੂੰ ਵੀ ਬਣਨਾ ਪਊਗਾ, ਨਹੀਂ ਤੇ ਵੇਖੋ ਅਸੀਂ ਸਾਰਿਆਂ ਨੇ ਜਵਾਬਦੇ ਆ ਗੁਰੂ ਪੰਥ ਨੂੰ, ਜਵਾਬਦੇ ਆ ਅਕਾਲ ਪੁਰਖ ਨੂੰ, ਜਵਾਬਦੇ ਆ ਗੁਰੂ ਸਾਹਿਬ ਨੂੰ। ਜਵਾਬ ਸਾਨੂੰ ਸਾਰਿਆਂ ਨੂੰ ਦੇਣਾ ਪੈਣਾ। ਅਜੇ ਵੀ ਇਹਨਾਂ ਨੂੰ ਕੌਮ ਦੇ ਵਾਲੇ ਪਾਸੇ ਆ ਜਾਣਾ ਚਾਹੀਦਾ ਜੀ। ਯਾਨੀ ਕਿ ਤੁਹਾਡੇ ਹਿਸਾਬ ਨਾਲ ਜਥੇਦਾਰ ਸਾਹਿਬ ਦਾ ਜਿਹੜਾ ਬਿਆਨ ਹੈ ਪੂਰੀ ਤਰ੍ਹਾਂ ਦੇ ਨਾਲ ਸਿਆਸੀ ਬਿਆਨ ਹੈਗਾ। ਤੇ ਭਾਈ ਸਾਹਿਬ, ਇੱਕ ਸਵਾਲ ਮੈਂ ਹੋਰ ਪੁੱਛਾਂਗੀ, ਜੇ ਆਪਾਂ ਇਤਿਹਾਸ ਵੱਲ ਝਾਤੀ ਮਾਰ ਲਈਏ, ਕੀ ਇਤਿਹਾਸ ਦੇ ਵਿੱਚ, ਜਿਵੇਂ ਹੁਣ ਸਿਰਸਾ ਕਹਿ ਰਹੇ ਨੇ ਕਿ ਮੈਂ ਸਿੱਖ ਮਸਲਿਆਂ ਦਾ ਨਿਬੇੜਾ ਕਰਾਉਣ ਦੇ ਲਈ ਬੀਜੇਪੀ 'ਚ ਸ਼ਾਮਿਲ ਹੋਈਆਂ, ਇਤਿਹਾਸ ਦੇ ਵਿੱਚ ਕੀ ਕਦੇ ਅਜਿਹਾ ਹੁੰਦਾ ਰਿਹਾ ਕਿ ਸਿੱਖਾਂ ਨੇ ਆਪਣੇ ਹਾਕਮਾਂ ਦੇ ਨਾਲ ਜਾਂ ਫਿਰ ਆਪਣੀ ਵਿਰੋਧੀ ਜਿਹੜੀ ਸੋਚ ਵਾਲਿਆਂ ਦੇ ਨਾਲ ਕਦੇ ਸਮਝੌਤੇ ਕੀਤੇ ਹੋਣ ਸਿੱਖ ਮਸਲਿਆਂ ਦੇ ਹੱਲ ਦੇ ਲਈ? ਦੇਖੋ ਜੀ, ਪਹਿਲੀ ਗੱਲ ਤੇ ਇਹ ਵੀ ਕਦੀ ਸਿੱਖਾਂ ਨੇ ਜਾ ਕੇ ਨਹੀਂ ਆਖਿਆ ਵੀ ਸਾਡੇ ਨਾਲ ਸਮਝੌਤੇ ਕਰ ਲਓ। ਠੀਕ ਹੈ, ਇਤਿਹਾਸ ਦੇ ਵਿੱਚ ਕਿਤੇ ਨਹੀਂ ਹੈਗਾ। ਜਦੋਂ ਸਾਡੇ ਤੇ ਅਤ ਮੁਸ਼ਕਲ ਦਾ ਵੀ ਸਮਾਂ ਹੈ, ਤੇ ਜਦੋਂ ਸਰਦਾਰ ਨਵਾਬ ਕਪੂਰ ਸਿੰਘ ਹੁਣਾਂ ਨੂੰ ਨਵਾਬੀ ਮਿਲਦੀ ਆ, ਉਦੋਂ ਵੀ ਜਦੋਂ ਉਹਨਾਂ ਨੇ ਨਵਾਬੀ ਲਈ ਆ, ਮਤਲਬ ਉਹਨਾਂ ਨੂੰ ਨਵਾਬੀ ਦਿੱਤੀ ਗਈ, ਉਹ ਉਹਨਾਂ ਦੇ ਵਿੱਚ ਨਹੀਂ ਰਲੇ। ਮਤਲਬ ਇਹ ਗੱਲ ਸੋਚਣ ਵਾਲੀ ਇਹ ਨਹੀਂ ਹੈਗਾ ਵੀ ਉਹ ਮੁਗਲਾਂ 'ਚ ਰਲ ਗਏ ਜਾ ਕੇ ਜਾਂ ਉਹ ਉਹਨਾਂ ਦਾ ਰੂਪ ਹੋ ਗਏ, ਉਹ ਵਿੱਚ ਨਹੀਂ ਰਲੇ। ਉਹਨਾਂ ਨੇ ਆਪਣੀ ਹੋਂਦ ਅਲੱਗ ਰੱਖੀ, ਉਹ ਇੱਕ ਅਲੱਗ ਹੀ ਜੀ। ਉਹਦੇ ਤੋਂ ਬਾਅਦ ਸਾਡੇ ਤੇ ਇਹ ਵੀ ਆਉਂਦਾ ਵਾ ਵੀ ਇਹ ਤੇ ਕੁਝ ਵੀ ਨਹੀਂ ਨਾ ਦਿੱਤਾ ਜੀ। ਸਨ 1767 ਸਿੱਖਾਂ ਨੇ ਲਾਹੌਰ ਤੇ ਕਬਜ਼ਾ ਕਰ ਲਿਆ, ਕਿਉਂਕਿ ਲਾਹੌਰ ਦੇ ਲੋਕਾਂ ਨੂੰ ਉੱਥੋਂ ਨਵਾਬ ਤੰਗ ਬੜਾ ਕਰਦਾ ਹੈ। ਅਹਿਮਦ ਸ਼ਾਹ ਅਬਦਾਲੀ ਆ ਗਿਆ, ਉਹ ਵੱਡੀ ਢੇਰੀ ਹੀ, ਮਤਲਬ ਸਿੱਖ ਥੋੜਾ ਪਿੱਛੇ ਹਟ ਗਏ ਤੇ ਉਹਨੇ ਲਾਹੌਰ ਤੇ ਫਿਰ ਕਬਜ਼ਾ ਕਰ ਲਿਆ। ਉਹਨੇ ਆਖਿਆ ਵੀ ਮੈਂ ਹੁਣ ਨਵਾਬੀ ਕਿਹਨੂੰ ਦਵਾਂ? ਸਲਾਹ ਕਰ ਰਿਹਾ ਸੀ, ਹਿੰਦੂ ਵੀ ਆਏ, ਮੁਸਲਮਾਨ ਆਏ। ਉਹਨਾਂ ਨੇ ਆਖਿਆ ਯਾਰ ਤੂੰ ਸਿੱਖਾਂ ਨੂੰ ਨਵਾਬੀ ਦੇ ਦੇ। ਉਹਨੂੰ ਵੀ ਲੱਗਾ ਵੀ ਠੀਕ ਆ, ਸਿੱਖਾਂ ਨੇ ਖੋਹ ਤੇ ਫੇਰ ਲੈਣੀ ਆ। ਉਹਨੇ ਫੇਰ ਊਠਾਂ ਦੇ ਉੱਤੇ ਆਪਣੇ ਬੰਦੇ ਭੇਜੇ, ਕਾਬਲੀ ਮੇਵੇ ਭੇਜੇ, ਦਸ਼ਾਲੇ ਭੇਜੇ, ਖਿਲਤ ਭੇਜੀ ਵੀ ਆਓ ਤੁਸੀਂ ਲਾਹੌਰ ਦੀ ਨਵਾਬੀ ਲੈ ਲਓ ਜੀ। ਸਿੱਖਾਂ ਨੇ ਆਖਿਆ ਵੀ ਨਹੀਂ, ਜਿਹੜੇ ਭੰਗੀ ਮਿਸਲ ਦਾ ਕਬਜ਼ਾ ਹੈ ਉਦੋਂ, ਭੰਗੀ ਮਿਸਲ ਵਾਲੇ ਸਰਦਾਰ ਕਹਿੰਦੇ ਵੀ ਤੇਰੇ ਨਾਲ ਸਾਡੀ ਕੋਈ ਗੱਲ ਨਹੀਂ ਹੋ ਸਕਦੀ, ਤੇਰੇ ਨਾਲ ਗੱਲ ਹੋਊਗੀ ਮੈਦਾਨੇ ਜੰਗ 'ਚ। ਉਹ ਕਹਿੰਦੇ ਜੀ ਕਾਬਲੀ ਮੇਵੇ ਕਹਿੰਦੇ ਯੋਧਿਆਂ ਦੀ ਖੁਰਾਕ ਨਹੀਂ ਆ, ਸਾਡੀ ਖੁਰਾਕ ਤੇ ਆ ਘਾਹ ਘੂ ਖਾ ਕੇ ਵੀ ਅਸੀਂ ਗੁਜ਼ਾਰਾ ਕਰ ਲਾਂਗੇ, ਪਰ ਤੇਰੀ ਗੁਲਾਮੀ ਦੇ ਮੇਵੇ ਸਾਨੂੰ ਪਰਵਾਹ ਨਹੀਂ। ਉਹਨੂੰ ਠੁਕਰਾਤੀ। ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਦਾ ਉਹਨਾਂ ਨੇ ਫੇਰ ਉੱਥੇ ਰਾਜ ਕਰ ਲਿਆ। ਮਤਲਬ ਇਹ ਨਹੀਂ ਹੈ ਵੀ ਕਿਤੇ ਨਾ ਕਿਤੇ ਹੋ ਸਕਦਾ ਵੀ ਆਪਾਂ ਥੋੜਾ ਬਹੁਤਾ ਕਿਸੇ ਦੇ ਨਾਲ ਆਗੇ ਹੋਵਾਂਗੇ, ਪਰ ਇਹ ਨਹੀਂ ਵੀ ਆਪਣੇ ਆਪ ਨੂੰ ਉਹ 'ਚ ਸ਼ਾਮਲ ਕਰ ਲਿਆ, ਜਾ ਕੇ ਰਲੇ ਨਹੀਂ ਹੈਗੇ, ਕਦੇ ਰਲੇ ਨਹੀਂ ਆ। ਆਪਣੀ ਆਇਡੈਂਟੀ, ਆਪਣੀ ਪਛਾਣ ਅਲੱਗ ਕਾਇਮ ਰੱਖੀ, ਔਰ ਜਿਹੜਾ ਮਿੱਥਿਆ ਹੋਇਆ ਨਿਸ਼ਾਨਾ ਹੈ ਸਿੱਖਾਂ ਦਾ, ਉਹਦੇ ਵੱਲੋਂ ਵੱਧਦੇ ਰਹੇ।
ਮਤਲਬ ਇਹ ਤੇ ਬੜੀ ਘਟੀਆ ਗੱਲ ਆ ਨਾ ਵੀ ਜੇ ਕੋਈ ਆਖੇ ਵੀ ਉਦੋਂ ਵੀ ਸਿੱਖ ਕਰਦੇ ਹੀ ਸਮਝੌਤੇ ਤੇ ਅਸੀਂ ਵੀ ਸਮਝੌਤਾ, ਤੁਸੀਂ ਸਮਝੌਤਾ ਨਹੀਂ ਕਰ ਰਹੇ ਹੋ, ਤੁਸੀਂ ਜਾ ਰਹੇ ਹੋ ਵਿੱਚ ਜੀ। ਯਾਨੀ ਕਿ ਜੇ ਸਿਰਸਾ ਬੀਜੇਪੀ 'ਚ ਚਲੇ ਗਏ ਨੇ ਤਾਂ ਉਹਨਾਂ ਦੀ ਆਪਣੀ ਪਛਾਣ ਖਤਮ ਹੈ। ਮਤਲਬ ਐਜ ਏ ਸਿੱਖ ਆਗੂ ਥੋੜਾ ਹੈਗੇ ਫਿਰ, ਐਜ ਏ ਕੋਈ ਸਿੱਖ ਮਤਲਬ ਉਹ ਕਹਿਣ ਹਾਂ ਉਦਾਂ ਦੀ ਪਛਾਣ ਆ ਜਿੱਦਾਂ ਦੀ ਕਾਂਗਰਸ ਦੇ ਵਿੱਚ ਸਿੱਖਾਂ ਦੀ ਆ ਜੀ। ਮਤਲਬ ਉੱਥੇ ਵੀ ਹੈਗਾ। ਮੈਂ ਫਿਰ ਇਹ ਗੱਲ ਦੁਹਰਾ ਦਿੰਦਾ ਵੀ ਇਹ ਕੋਈ ਮਹਾ ਪਾਪ ਨਹੀਂ ਹੈ ਜੇ ਉਹ ਬੀਜੇਪੀ 'ਚ ਜਾ ਵੜਿਆ ਜੀ। ਕਾਂਗਰਸ 'ਚ ਵੀ ਸਿੱਖ ਬੈਠੇ ਹੋਏ ਆ, ਕੋਈ ਹੈ ਨਹੀਂ ਆ। ਪਰ ਜੇ ਕੋਈ ਆਖੇ ਵੀ ਮੈਂ ਤਾਂ ਕਰਕੇ ਜਾ ਰਿਹਾ ਕੌਮ ਦਾ ਭਲਾ ਕਰਨਾ ਤੇ ਬਿਲਕੁਲ ਝੂਠ ਆ। ਉਹਦਾ ਆਪਣਾ ਸਵਾਰਥ ਆ, ਆਪਣੀ ਖੁਦਗਰਜੀ ਆ, ਉਹ ਬਚਣਾ ਚਾਹੁੰਦਾ ਵਾ ਜਿਹੜੇ ਉਹਦੇ ਤੇ ਪਰਚੇ ਹੋਏ ਆ, ਜਿਹੜੇ ਉਹਨੇ ਗੁਨਾਹ ਕੀਤੇ ਆ, ਔਰ ਉਹਨੂੰ ਇਹ ਲੱਗਦਾ ਵੀ ਇਹਨਾਂ ਗੁਨਾਹਾਂ ਤੋਂ ਬਚਣ ਦੇ ਲਈ ਸਰਕਾਰ ਜਿਹੜੀ ਮੌਕੇ ਦੀ ਉਹ ਮੈਨੂੰ ਬਚਾ ਸਕਦੀ ਆ, ਉਹ ਜਾ ਰਿਹਾ। ਪਰ ਇਹਦੇ ਨਾਲ ਅਸੀਂ ਆਖੀਏ ਵੀ ਕੌਮ ਦਾ ਕੋਈ ਵੱਡਾ ਕੋਈ ਪਹਾੜ ਡਿੱਗ ਪਿਆ ਵਾ ਜਾਂ ਕੌਮ ਬੜੀ ਮੁਸ਼ਕਲ 'ਚ ਪੈ ਗਈ ਆ, ਇਹ ਪਹਿਲਾਂ ਕਦੋਂ ਕੌਮ ਦੇ ਹੈਗੇ। ਕਮਲ ਦੇ ਚੋਣ ਨਿਸ਼ਾਨ ਤੇ ਇਲੈਕਸ਼ਨ ਲੜਦਾ ਰਿਹਾ ਮਨਜਿੰਦਰ ਸਿੰਘ ਸਿਰਸਾ। ਜੀ ਜੀ ਬਿਲਕੁਲ। ਮਤਲਬ ਉਹ ਤੇ ਸਾਡੇ ਅਕਾਲੀ ਦਲ ਦੀ ਕਮੀ ਆ ਨਾ ਵੀ ਤੁਸੀਂ ਜਿਹੜਾ ਕਮਲ ਦੇ ਨਿਸ਼ਾਨ ਤੇ ਵੀ ਲੜ ਰਿਹਾ ਤੇ ਤੁਹਾਡੀ ਦਿੱਲੀ ਕਮੇਟੀ ਦਾ ਪ੍ਰਧਾਨ ਵੀ ਬਣ ਰਿਹਾ, ਅੱਜ ਤੁਸੀਂ ਪਿੱਟਦੇ ਹੋ ਭਈ ਇਹ ਦਖਲਅੰਦਾਜ਼ੀ ਹੋ ਰਹੀ ਆ। ਦਖਲਅੰਦਾਜ਼ੀ ਦਾ ਰਾਹ ਕੌਣ ਖੋਲਦਾ ਜੀ? ਮਤਲਬ ਇਹੋ ਹੀ ਖੋਲਦੇ ਆ ਨਾ। ਅਕਾਲੀ ਦਲ ਨੇ ਜਿਹੜਾ ਬਿਆਨ ਦਿੱਤਾ ਹੈਗਾ ਕਿ ਸਿੱਖ ਪੰਥ ਪੂਰਾ ਡਟ ਕੇ ਬੀਜੇਪੀ ਦੇ ਇਹਨਾਂ ਹਮਲਿਆਂ ਦਾ ਮੁਕਾਬਲਾ ਕਰੂਗਾ, ਕਿ ਇਹਨਾਂ ਨੇ ਸਾਡੇ ਸਿੱਖ ਲੀਡਰਾਂ ਨੂੰ ਬੜੀ ਹੀ ਬੇਈਮਾਨੀ ਦੇ ਨਾਲ ਉਹ ਉਧਰ ਲੈ ਕੇ ਗਏ ਨੇ। ਸੋ ਸਿੱਖ ਪੰਥ ਦੀ ਗੱਲ ਕਰ ਰਹੇ ਨੇ ਅਕਾਲੀ ਦਲ। ਜੇ ਕੱਲ ਨੂੰ ਕੁਝ ਵੀ ਗੱਲ ਦਾ ਸੱਦਾ ਦਿੰਦਾ ਤਾਂ ਸਿੱਖ ਨਹੀਂ ਖੜਨਗੇ ਨਾਲ ਜਾ ਕੇ? ਨਹੀਂ, ਦੇਖੋ ਜੀ ਵੀ ਇਹਨਾਂ ਨੇ ਪੰਥ ਲਈ ਕੀ ਕੀਤਾ ਪਿਛਲੇ 20 ਸਾਲ ਦੇ ਵਿੱਚ, ਪੰਥ ਲਈ ਇਹਨਾਂ ਦੀ ਕੀ ਪ੍ਰਾਪਤੀ ਆ। ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੋਵੇ, ਸਾਡੇ ਸਿੱਖ ਨੌਜਵਾਨ ਜੇਲ੍ਹਾਂ ਦੇ ਵਿੱਚ ਬੰਦ ਆ 35 ਸਾਲ ਤੋਂ, ਉਹਨਾਂ ਦੀ ਰਿਹਾਈ ਦਾ ਮਸਲਾ ਹੋਵੇ, ਜਾਂ ਗੁਰੂ ਗ੍ਰੰਥ ਸਾਹਿਬ ਤੋਂ ਤੇ ਵੱਡਾ ਹੀ ਕੁਛ ਨਹੀਂ ਹੈਗਾ ਜੀ, ਉਹਦੇ ਅਦਬ ਦੀ ਗੱਲ ਹੋਵੇ, ਤੇ ਜਿਹੜੀਆਂ ਬੇਅਦਬੀਆਂ ਹੋਈਆਂ ਉਹਦੇ ਵਿਰੋਧ ਦੇ ਵਿੱਚ ਅਕਾਲੀ ਦਲ ਦਾ ਇੱਕ ਧਰਨਾ ਲੱਗਾ ਪੰਜਾਬ 'ਚ, ਤੇ ਗੱਲ ਕਰੋ। ਫਿਰ ਜਦੋਂ ਨਾ ਤੁਸੀਂ ਗ੍ਰੰਥ ਦੀ ਕਦੀ ਗੱਲ ਕੀਤੀ, ਨਾ ਤੁਸੀਂ ਪੰਥ ਦੇ ਭਲੇ ਹੱਥ ਕੋਈ ਕੰਮ ਕੀਤਾ, ਫਿਰ ਪੰਥ ਤੁਸੀਂ ਕਿੱਦਾਂ ਪੰਥ ਹੋ ਗਏ ਜੀ? ਮਤਲਬ ਤੁਸੀਂ ਆਪਣੇ ਆਪ ਨੂੰ ਐ ਨਾ ਪੰਥ ਕਹੀ ਜਾਓ। ਇਹ ਇਹਨਾਂ ਨੂੰ ਮੰਨਣਾ ਪਊਗਾ ਵੀ ਪੰਥ ਸਾਥੋਂ ਦੂਰ ਹੋ ਗਿਆ। ਇਹੀ ਕਾਰਨ ਆ ਵੀ ਜਿੱਥੇ ਪੰਜਾਬ ਦੇ ਵਿੱਚ ਕੋਈ ਅਕਾਲੀ ਦੇ ਖਿਲਾਫ ਲਫ਼ਜ਼ ਨਹੀਂ ਬੋਲ ਸਕਦਾ, ਅੱਜ ਉਹ ਸ਼ਰੇਆਮ ਹੀ ਹੋ ਗਿਆ ਵੀ ਯਾਰ ਇਹ ਤੇ ਉਦਾਂ ਹੀ ਆ, ਹੁਣ ਸਾਰੇ ਕਹਿਣ ਲੱਗ ਪਏ ਆ। ਯਾਨੀ ਕਿ ਹੁਣ ਤੁਸੀਂ ਆਸ, ਜਿਹੜਾ ਸਿੱਖ ਕੌਮ ਹੈ ਉਹ ਇਹ ਆਸ ਕਰਦੀ ਹੈ ਸ਼ਾਇਦ ਕਿ ਇੱਕ ਅਕਾਲੀ ਦਲ ਦੇ ਵਿੱਚ ਜਿਹੜਾ ਹੁਣ ਧੜਾ ਹੈਗਾ ਉਹ ਖਤਮ ਹੋਊਗਾ ਤੇ ਫੇਰ ਕਿਸੇ ਦਿਨ ਅਕਾਲੀ ਦਲ ਹੈ ਜਿਹੜਾ ਉਹ ਉੱਠੂਗਾ ਮੁੜ ਕੇ, ਸਿੱਖਾਂ ਦੀ ਵੱਡੀ ਸਿਆਸੀ ਧਿਰ। ਇਹ ਤੇ ਸਾਡੇ ਗੁਰੂ ਸਾਹਿਬ ਦੀ ਕਿਰਪਾ ਵਾ, ਰਹਿਮਤ ਆ। ਇਹ ਤੇ ਆਹ ਸਮਾਂ ਤੇ ਇੰਨਾ ਮੁਸ਼ਕਲ ਭਰਿਆ ਹੈ ਹੀ ਨਹੀਂ। ਅਸੀਂ ਤੇ ਇਹਦੇ ਤੋਂ ਵੱਡੀਆਂ ਮੁਸ਼ਕਲਾਂ ਦੇ ਵਿੱਚੋਂ ਨਿਕਲੇ ਆ ਜੀ, ਪਰ ਵੱਡੀਆਂ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਵੀ ਅਸੀਂ ਚੜ੍ਹਦੀ ਕਲਾ 'ਚ ਰਹੇ ਆ। ਫਿਰ ਕਿਹੜੀ ਗੱਲ ਆ ਜੇ ਕੱਚੇ ਪੀਲੇ ਝੜ ਗਏ ਆ, ਤੇ ਕੌਮ ਜਿਹੜੀ ਆ ਉਹ ਸਹਿਜ ਪੱਕੈ ਸੋ ਮਿੱਠਾ, ਜੋ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਤੁਖਾਰੀ ਰਾਗ ਦੇ ਵਿੱਚ ਆਖਿਆ ਨਾ, ਦਹਿ ਦੇ ਸ਼ਾਖ ਹਰੀ ਹਰਿਆਵਲ ਸਹਿਜ ਪੱਕੇ ਸੋ ਮਿੱਠਾ। ਸਹਿਜ ਰੱਖਣ ਦੀ ਲੋੜ ਆ, ਜਾਬਤੇ 'ਚ ਰਹਿਣ ਦੀ ਲੋੜ ਆ। ਸਿੱਖਾਂ ਨੂੰ ਸਭ ਤੋਂ ਵੱਡੀ ਲੋੜ ਆਪਣੇ ਧਰਮ ਨਾਲ ਜੋੜਨ ਦੀ। ਜੇ ਅਸੀਂ ਧਰਮ ਨਾਲ ਜੁੜੇ ਆ, ਸਾਨੂੰ ਕੋਈ ਤਾਕਤ ਦੁਨੀਆ ਦੀ ਮੁਕਾ ਹੀ ਨਹੀਂ ਸਕਦੀ। ਜੋ ਮਰਜ਼ੀ ਕਰ ਲੈਣ, ਭਾਵੇਂ ਸਿਰਸਾ ਚੱਲ ਜੇ ਤੇ ਭਾਵੇਂ ਸੁਖਬੀਰ ਬਾਦਲ ਵੀ ਬੀਜੇਪੀ ਚੱਲ ਜੇ, ਤਾਂ ਵੀ ਕੋਈ ਫਰਕ ਨਹੀਂ ਪੈਣਾ, ਕਿਉਂਕਿ ਪੰਥ ਗੁਰੂ ਦਾ ਚੜ੍ਹਦੀ ਕਲਾ 'ਚ ਰਹੂਗਾ, ਇਹਨੇ ਰਹਿਣਾ। ਹਾਂ, ਖੋਟੇ ਸਿੱਕੇ ਜਿਹੜੇ ਸੀ ਉਹ ਬਾਹਰ ਆ ਜਾਂਦੇ ਆ ਤੇ ਆ ਜਾਣਗੇ, ਪਰ ਜਿਹੋ ਜੀ ਕਾਂਗਰਸ ਆ ਉਹੋ ਜੀ ਬੀਜੇਪੀ ਆ ਜੀ। ਸਿੱਖਾਂ ਨੂੰ ਨਾ ਕਾਂਗਰਸ ਨੇ ਕੋਈ ਭਲਾ ਕਰਨਾ, ਸੋਚ ਪੱਖੋਂ, ਥੌਟ ਪੱਖੋਂ, ਸਾਡੀ ਪਛਾਣ ਪੱਖੋਂ, ਨਾ ਕੋਈ ਬੀਜੇਪੀ ਨੇ ਕਰਨਾ। ਇਹ ਤੇ ਬਾਬਾ ਫਰੀਦ ਸਾਹਿਬ ਨੇ ਆਖਿਆ ਨਾ, ਫਰੀਦਾ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਜੀਓ ਸਰੀਰੋਂ ਲੈ। ਬਾਬਾ ਕਬੀਰ ਸਾਹਿਬ ਨੇ ਆਖਿਆ, ਕਬੀਰ ਸਮੁੰਦਰ ਨਾ ਛੋਡੀਆ, ਸਮੁੰਦਰ ਪੰਥਾ ਬਾਦਲ ਨਹੀਂ, ਕਬੀਰ ਸਮੁੰਦਰ ਨਾ ਛੋਡੀਆ, ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਕੋਏ। ਸਮੁੰਦਰ ਛੱਡ ਕੇ ਛਪਣਾ ਜੇ ਧੱਕੇ ਹੀ ਖਾਈਦੇ ਆ, ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਹੀ ਜੇ ਪੱਲਾ ਛੱਡਾਂਗੇ ਤੇ ਧੱਕੇ ਹੀ ਆ। ਧੱਕੇ ਹੀ ਇਹ ਲੋਕ ਆਗੂ ਸਾਡੇ ਖਾ ਰਹੇ ਆ। ਮਿਲਣਾ ਮੁਲਣਾ ਕੱਖ ਨਹੀਂ, ਸਹਿਜ ਤੇ ਸ਼ਾਂਤੀ ਹੈ ਨਹੀਂ ਆ। ਉਹ ਤੁਹਾਨੂੰ ਤੁਹਾਡੇ ਧਰਮ ਨਾਲ ਜੁੜ ਕੇ ਆ, ਧਰਮ ਨਾਲ ਜੁੜੇ ਆ ਤੇ ਸਾਡੇ ਜਿਹੜੇ ਰਾਜਸੀ ਮਸਲੇ ਆ ਜਾਂ ਰਾਜਸੀ ਸਾਡੇ ਨਿਸ਼ਾਨੇ ਉਹ ਪੂਰੇ ਹੋਣਗੇ। ਧਰਮ ਤੋਂ ਟੁੱਟ ਕੇ ਨਿਸ਼ਾਨੇ ਪੂਰੇ ਕਦੀ ਹੋ ਹੀ ਨਹੀਂ ਸਕਦੇ ਜੀ। ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਪੂਰੀ ਗੱਲਬਾਤ ਦੇ ਵਿੱਚੋਂ ਨਿਚੋੜ ਇਹੀ ਨਿਕਲਦਾ ਕਿ ਚਾਹੇ ਮਨਜਿੰਦਰ ਸਿੰਘ ਸਿਰਸਾ ਬੀਜੇਪੀ 'ਚ ਚਲੇ ਗਏ ਨੇ, ਚਾਹੇ ਕੱਲ ਨੂੰ ਸੁਖਬੀਰ ਬਾਦਲ ਚਲੇ ਜਾਣ, ਸਿੱਖ ਪੰਥ ਨੂੰ ਕੋਈ ਜਿਹੜਾ ਫਰਕ ਨਹੀਂ ਪੈਣਾ, ਕਿਉਂਕਿ ਭਾਈ ਸਾਹਿਬ ਦਾ ਕਹਿਣਾ ਕਿ ਖੋਟੇ ਸਿੱਕੇ ਨੇ, ਜਿਹੜੇ ਖੋਟੇ ਸਿੱਕੇ ਨੇ ਉਹ ਜਾ ਰਹੇ ਨੇ। ਇਹਦੇ ਨਾਲ ਨਾ ਸਿੱਖ ਕੌਮ ਨੂੰ ਢਾਹ ਲੱਗੀ ਹੈ, ਨਾ ਸਿੱਖ ਪੰਥ ਨੂੰ ਢਾਹ ਲੱਗੀ ਹੈ। ਅਕਾਲੀ ਦਲ ਦੇ ਵਿੱਚ ਜੋ ਬਾਦਲ ਧੜਾ ਹੈ ਉਹਦਾ ਸਿਆਸੀ ਨੁਕਸਾਨ ਜ਼ਰੂਰ ਹੋਇਆ ਹੈ, ਇਸ ਕਰਕੇ ਅਕਾਲੀ ਦਲ ਬਾਦਲ ਹੈ ਜਿਹੜਾ ਉਹ ਚੀਕਾਂ ਜ਼ਰੂਰ ਮਾਰ ਰਿਹਾ ਹੈ।
ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ ਟੀਵੀ ਲਈ ਖਾਸ ਰਿਪੋਰਟ।